ये बंदा मौत के मूँह के विच ही बैठा है एक तरह का है ना भाजी उत्ते ते इहदे लई तां सड़कां ब्लॉक विरोधी धिरां नूं हुण तक कर देणीਆਂ ਚਾਹੀਦੀਆਂ ਸੀ ਵੱਡੇ पद्धर ते धरने होने चाहिए सी कि मौत की तैयारी की जा रही है। ਸ਼ੂਗਰ ਲੈਵਲ ਇੰਨਾ ਡਾਊਨ ਹੋ ਰਿਹਾ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ ਇੱਥੋਂ ਤੱਕ ਸਿਵਲ ਪ੍ਰਸ਼ਾਸਨ ਵੀ ਆ ਕੇ ਤੇ ਸਾਡੇ ਨਾਲ ਕੋਈ ਵਾਰਤਾ ਜਿਹੜਾ ਉਹ ਨਹੀਂ ਬਰਾਇਆ ਗਿਆ ਸਿਰਫ ਇਸ ਗੱਲ ਦੀ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਇਹ ਸਾਥੀ ਦੀ ਮੌਤ ਹੋਵੇ ਤੇ ਜਿਹੜਾ 5 ਲੱਖ ਮੁਆਵਜ਼ਾ ਦੇ ਕੇ ਤੇ ਘਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਜਿਹੜੀ ਐਲਾਨ ਕੇ ਤੇ ਅਸੀਂ ਆਪਦਾ ਪਿੱਛਾ ਛਡਾਈਏ। ਬਈ ਸੁਰਿੰਦਰਪਾਲ ਉੱਤੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਕਿੱਥੇ ਬੈਠੀ ਹੈ ਜਿਹੜੀ ਚੈੱਕਅਪ ਦੇ ਲਈ ਆਈ ਹੋਣੀ ਹੈ ਸਰਕਾਰ ਵੱਲੋਂ? देखो जी प्रशासन वालों जी एंबूलेंस है वो तो इतने खड़ी है पर कोई भी डॉक्टर है जो उपर जाने वास्ते तैयार नहीं। भाई जी जिवें हुण एक जिहड़े राणा जी हैगे ने हरियाणे दे जिन्हां दा गोल्डन हट है तो उन्होंने लिए सुखबीर बादल जाके आए आ ते जांदे जांदे तो फिर सुरिंदरपाल की भी खबर ले गए होने सुखबीर जी? नहीं जी इत्थे बिल्कुल भी नहीं आए। केजरीवाल जी आए सी चंडीगढ़ वो तो आके गए होने फिर? नहीं जी महाराणी परनीत कौर तो आए होने फिर ਜਿਹੜੇ ਉਹ ਤਾਂ ਲੋਕਲੀ ਨੇ ਨਾਲੇ ਸਰਕਾਰ ਚ ਨੇ। महाराणी जी बिल्कुल नेड़े ने इत्थों किलोमीटर ने पर वो भी ਇੱਥੇ ਆਏ ਨਹੀਂ ਹੈਗੇ ਜੀ। ਉਹ ਵੀ ਨਹੀਂ ਆਏ? नहीं जी बिल्कुल भी नहीं आए जी। ਨਵੇਂ ਤੋਂ ਨਵੇਂ ਜਿਹੜੇ ਉਹ ਸ਼ੋਸ਼ੇ ਛੱਡੇ ਜਾ ਰਹੇ ਨੇ ਕੋਈ ਵੀ ਪਾਰਟੀ ਆਉਂਦੀ ਹੈ ਸਿਰਫ ਇੱਕ ਹੁਣ ਲਾ ਲਈਏ ਕੋਈ 300 ਯੂਨਿਟ ਦਾ ਮਾਫ ਦਾ ਬਿਜਲੀ ਦਾ ਕਹਿ ਰਿਹਾ ਵੀ ਆਹ ਕੁਛ ਅਸੀਂ ਤੁਹਾਨੂੰ ਦੇਵਾਂਗੇ। ਅਕਾਲੀ ਸਰਕਾਰ ਵੀ ਕਹਿ ਰਹੀ ਸੀਗੀ ਕਿ ਘਰ ਘਰ ਤੁਹਾਨੂੰ ਜਿਹੜਾ ਕਣਕ ਆਟਾ ਦਾਲ ਸਕੀਮ ਜਿਹੜੀ ਆ ਉਹ ਦਿੱਤੀ ਜਾਊਗੀ ਸ਼ੁਰੂਆਤ ਕੀਤੀ ਸੀ। ਜੇਕਰ ਹੁਣ ਕੈਪਟਨ ਸਾਹਿਬ ਨੇ ਕਿਹਾ ਸੀ ਘਰ ਘਰ ਨੌਕਰੀ ਜਿਹੜੀ ਉਹ ਦਿੱਤੀ ਜਾਊਗੀ ਘਰ ਘਰ ਰੁਜ਼ਗਾਰ ਦਿੱਤਾ ਜਾਊਗਾ ਹਮੇਸ਼ਾ ਵਾਸਤੇ ਇਹ ਚੀਜ਼ ਜਿਹੜੀ ਉਹ ਗੱਲ ਕੀਤੀ ਜਾਂਦੀ ਪਰੰਤੂ ਉਸ ਨੂੰ ਪ੍ਰੈਕਟੀਕਲ ਨਹੀਂ ਲਿਆ ਜਾਂਦਾ। ਤੁਹਾਨੂੰ ਅਸੀਂ ਤਾਂ ਸਰਕਾਰ ਅੱਗੇ ਇਹ ਗੱਲ ਮੰਗ ਰੱਖਣਾ ਚਾਹੁੰਦੇ ਹਾਂ ਕਿ ਸਾਨੂੰ ਫ੍ਰੀ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਚਾਹੀਦੀਆਂ। ਜਦੋਂ ਸਾਰੀਆਂ ਸਹੂਲਤਾਂ ਫ੍ਰੀ ਮਿਲ ਰਹੀਆਂ ਪੈਸਾ ਕੀ ਕਰਨਾ ਫਿਰ ਤੁਸੀਂ? ਛੱਡੋ ਪਰ ਨੌਕਰੀਆਂ ਕੀ ਕਰਨੀਆਂ ਜੀ ਦੇ ਤਾਂ ਰਹੇ ਆ ਹੁਣ ਸਕੀਮਾਂ ਚੱਲਣ ਦਿਓ ਫਿਰ। ਪੰਜਾਬ ਦੇ ਨੌਜਵਾਨਾਂ ਨੂੰ ਚਾਰ ਰਾਹ ਛੱਡਿਆ। ਚਾਰ ਰਾਹ ਕਿਹੜੇ ਛੱਡੇ ਆ? ਇੱਕ ਰਾਹ ਉਹ ਛੱਡਿਆ ਨੌਜਵਾਨੀ ਦੇ ਲਈ ਇੱਥੋਂ ਆਈਲੈਟਸ ਕਰੋ 7 ਬੈਂਡ ਲਓ ਦੇਸ਼ ਛੱਡ ਕੇ ਭਾਜੋ। ਦੂਜਾ ਰਾਹ ਉਹ ਛੱਡਿਆ ਨਹਿਰਾਂ ਦੇ ਵਿੱਚ ਛਾਲਾਂ ਮਾਰੋ ਸਲਫਾਸ ਖਾ ਲਓ ਜਿਹੜਾ ਆਪਣਾ ਜੀਵਨ ਲੀਲਾ ਖਤਮ ਕਰ ਦਿਓ। ਤੀਜਾ ਰਾਹ ਉਹ ਛੱਡਿਆ ਗੈਂਗਵਾਰ ਦੇ ਰਾਹ ਇਹਨਾਂ ਨੇ ਜਿਹੜੇ ਛੱਡਦੇ ਆ ਵੀ ਤੁਸੀਂ ਗੈਂਗਸਟਰ ਬਣੋ ਗਲਤ ਰਾਹਾਂ ਤੇ ਇਖਤਿਆਰ ਕਰੋ ਨਸ਼ਿਆਂ ਤੇ ਲੱਗੋ ਇਹ ਰਾਹ ਛੱਡਦਾ ਹੈ। ਔਰ ਚੌਥਾ ਰਾਹ ਜਿਹੜਾ ਅਸੀਂ ਇਖਤਿਆਰ ਕੀਤਾ ਹੈ ਅਸੀਂ ਲੜ ਰਹੇ ਹਾਂ। ਅਸੀਂ ਪੰਜਾਬ ਦੀ ਮਿੱਟੀ ਨੂੰ ਛੱਡ ਕੇ ਨਹੀਂ ਭੱਜਣਾ ਚਾਹੁੰਦੇ ਨਾ ਅਸੀਂ ਭੱਜਣਾ ਅਸੀਂ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ। ਗਲਤੀ ਸਾਡੇ ਤੋਂ ਹੋ ਗਈ ਅਸੀਂ ਤੁਹਾਨੂੰ ਲੈ ਤੁਹਾਡੇ ਕਾਰਡਾਂ ਤੇ ਵਿਸ਼ਵਾਸ ਕਰ ਲਿਆ। ਜੇ ਤੁਸੀਂ ਸਾਡੇ ਵੱਲ ਧਿਆਨ ਨਾ ਦਿੱਤਾ ਰੋਜ਼ਗਾਰ ਨੇ ਨਾ ਦਿੱਤਾ ਤੇ ਬੇਰੁਜ਼ਗਾਰ ਸਾਰੇ ਇਕੱਠੇ ਹੋ ਕੇ ਫਿਰ ਬਰਾਬਰ ਇਹਨਾਂ ਦੇ ਰੈਲੀਆਂ ਕੱਢਣਗੇ। ਇਹ ਅਸੀਂ ਇਹਨਾਂ ਨੂੰ ਕਿਹਾ ਹੋਇਆ ਅਨਾਉਂਸ ਕੀਤਾ ਹੈ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਇਹਨਾਂ ਦੇ ਬਰਾਬਰ ਟੈਂਟ ਲਾਵਾਂਗੇ ਰੈਲੀਆਂ ਕੱਢਾਂਗੇ ਇਹਨਾਂ ਦੇ ਬਰਾਬਰ ਪਿੰਡਾਂ ਦੇ ਵਿੱਚ ਜਾ ਕੇ ਭੰਡੀ ਪ੍ਰਚਾਰ ਚਲਾਵਾਂਗੇ ਇਹਨਾਂ ਦੇ ਬਰਾਬਰ ਅਸੀਂ ਜਿਹੜਾ ਝੰਡਾ ਉਹ ਕੱਢਾਂਗੇ ਇਹਨਾਂ ਨੂੰ ਅਸੀਂ ਦੱਸ ਦਈਏ। इस वेले पटियाला के BSNL टावर के थले खड़े हाँ जिथे 102 दिन तो वीर सुरिंदरपाल सिंह इस टावर के उत्ते चढ़ के बैठा है। ETT पास टैट क्लीयर ये वीर नौकरी ना मिलने करके बेरोज़गार होने करके अज 102 दिन हो चुके ने ते टावर के उत्ते बैठा है। हालत नाजुक हो रही है पर ਹੁਣ तक इस नूं उतारन दा हीला क्यों नहीं किया गया? ਜਿਹੜੇ वादे सी घर घर रोज़गार दे जां होर ਉਹ अपने आप दे विच सवाल खड़े कर रहे हैं। सुरिंदरपाल दी हालत उपर की होवेगी ਉਹ ਇਹ ਵੀਰ ਜਾਣਦਾ है ਜਾਂ फिर परमात्मा जाणदा है। पर जिन्हां ने अपना रोल अदा करना सी उन्होंने रोल अदा नहीं किया इस करके वीर हुण तक टावर ते है। जेकर सरकार ने अपनी बनदी भूमिका नहीं निभाई तां ਜਿਹੜੀਆਂ ਵਿਰੋਧੀ ਧਿਰਾਂ ਨੇ ਤਾਂ ਉਹਨਾਂ ਨੇ ਵੀ ਕੁਝ ਇੱਥੇ ਨਹੀਂ ਭੂਮਿਕਾ ਨਿਭਾਈ। ਉਹਦਾ ਕਾਰਨ ਇਹੀ ਹੈ ਕਿਉਂਕਿ ਉੱਪਰ ਬੈਠਾ ਹੋਇਆ ਉਹ ਵੀਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਵਿਰੋਧੀ ਧਿਰਾਂ ਨੇ ਵੀ ਹੁਣ ਤੱਕ ਬਣਦੀ ਭੂਮਿਕਾ ਨਹੀਂ ਨਿਭਾਈ। ਸ਼ਾਇਦ ਇਸ ਵੀਰ ਦੀ ਮੌਤ ਦੇ ਲਈ ਉਡੀਕ ਕੀਤੀ ਜਾ ਰਹੀ ਹੈ ਵੀ ਕਦੋਂ ਇਹ ਮਰੇ ਤੇ ਕਦੋਂ ਫਿਰ ਸਿਆਸਤ ਸ਼ੁਰੂ ਕੀਤੀ ਜਾਵੇ। ਕੁਝ ਟੈਟ ਪਾਸ ਨਾਲ ਦੇ ਸਾਥੀ ਸੁਰਿੰਦਰਪਾਲ ਦੇ ਮੌਜੂਦ ਨੇ ਗੱਲਬਾਤ ਕਰਦੇ हैं। ਕੀ ਨਾਮ ਹੈ ਬਾਈ ਤੁਹਾਡਾ? दीपक कंबोज। ਦੀਪਕ ਕੰਬੋਜ। ਕਿੱਥੋਂ ਜੀ ਤੁਸੀਂ? मेरी डिस्ट्रिक्ट फिरोजपुर है जी। ਡਿਸਟ੍ਰਿਕਟ ਫਿਰੋਜ਼ਪੁਰ। हाँ जी सर। ਅੱਜ 102 दिन हो गए जी वीर नूं?
ਬਿਲਕੁਲ ਜੀ 102 ਦਿਨ ਹੋ ਗਏ ਜੀ ਸਾਡੇ ਸਾਥੀ ਨੂੰ ਟਾਵਰ ਦੇ ਉੱਪਰ ਡਟੇ ਹੋਏ ਨੂੰ ਤੇ 11 ਦਿਨ ਹੋ ਚਲੇ ਨੇ। ਬਿਲਕੁਲ ਜਿਹੜਾ ਕੁਝ ਵੀ ਖਾ ਨਹੀਂ ਰਹੇ, ਸਿਰਫ ਇੱਕ ਪਾਣੀ ਦੇ ਆਸਰੇ ਜਿਹੜਾ ਮਰਨ ਵਰਤ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਹੈ। ਇਸ ਟਾਈਮ ਸਾਡੇ ਸਾਥੀ ਦੀ ਹਾਲਤ ਬਹੁਤ ਜ਼ਿਆਦਾ ਜਿਹੜੀ ਉਹ ਗੰਭੀਰ ਹੋ ਚੁੱਕੀ ਹੈ। 40 ਦੇ ਲੈਵਲ ਤੋਂ ਵੀ ਘੱਟ ਜਿਹੜਾ ਉਹਨਾਂ ਸ਼ੂਗਰ ਲੈਵਲ ਜਿਹੜਾ ਹੋ ਚੁੱਕਿਆ ਹੈ। ਇਸ ਟਾਈਮ ਜ਼ਿੰਦਗੀ ਤੇ ਇੱਕ ਮੌਤ ਦੀ ਜਿਹੜੀ ਉਹ ਲੜਾਈ ਲੜ ਰਿਹਾ ਹੈ। ਉਤਾਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ? ਦੇਖੋ ਜੀ ਪੋਲੀਟੀਕਲ ਪਾਰਟੀਆਂ ਇੱਥੇ ਆਈਆਂ ਤੇ ਉਹਨਾਂ ਨੇ ਵੀ ਆ ਕੇ ਇੱਕ ਗੱਲਬਾਤ ਰੱਖੀ ਹੈ ਵੀ ਸੁਰਿੰਦਰਪਾਲ ਸਾਥੀ ਨੂੰ ਜਾਨ ਬਚਾਈ ਜਾਵੇ, ਜਿਹੜੇ ਉਹਨਾਂ ਨੂੰ ਨੀਚੇ ਉਤਾਰਿਆ ਜਾਵੇ। ਪਰੰਤੂ ਅਸੀਂ ਤਾਂ ਪੋਲੀਟੀਕਲ ਜੋ ਵੀ ਪਾਰਟੀਆਂ ਆਉਂਦੀਆਂ ਨੇ ਉਹਨਾਂ ਨੂੰ ਇਹੀ ਕਹਿੰਦੇ ਕਿ ਇਨਸਾਨੀਅਤ ਤੌਰ ਤੇ ਤੁਸੀਂ ਆਓ, ਸਾਡੀ ਹਮਾਇਤ ਤੇ ਆਓ ਜ਼ਰੂਰ। ਪਰੰਤੂ ਜੇਕਰ ਤੁਸੀਂ ਪਹਿਲਾਂ ਵੀ ਚਾਹੇ ਅਕਾਲੀ ਸਰਕਾਰ ਸੀ, ਚਾਹੇ ਆਪ ਪਾਰਟੀ ਵਿਰੋਧੀ ਧਿਰ ਦੀ ਨੇਤਾ ਹੈ, ਵੀ ਸਾਡੀ ਆਵਾਜ਼ ਤਾਂ ਜਿਹੜੀ ਹੈ ਤੁਸੀਂ ਸਰਕਾਰ ਤੱਕ ਜੇਕਰ ਪਹੁੰਚਾਉਂਦੇ ਹੋ, ਸਾਡੀ ਮੰਗ ਉੱਥੇ ਰੱਖਦੇ ਹੋ, ਤਾਂ ਸਾਡੀ ਸਭ ਤੋਂ ਵੱਡੀ ਹਮਾਇਤ ਤੁਹਾਡੀ ਹੋਊਗੀ, ਨਾ ਕਿ ਇੱਥੇ ਆਉਣ ਨਾਲ। ਜੇਕਰ ਸਾਡੀ ਆਵਾਜ਼ ਤੁਸੀਂ ਸੈਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਉਠਾਉਂਦੇ ਹੋ ਤਾਂ ਸਾਡੀ ਆਵਾਜ਼ ਪਹੁੰਚੂਗੀ, ਚਾਹੇ ਮੰਤਰੀ ਨਾਲ ਮਿਲਣ, ਚਾਹੇ ਸੀਐਮ ਤੱਕ ਜਾ ਕੇ ਮੀਟਿੰਗ ਕਰਕੇ ਆਦਾ ਮੰਗ ਪੱਤਰ ਦੇ ਕੇ ਵੀ ਬੇਰੁਜ਼ਗਾਰ ਜਿਹੜੇ ਅੱਜ ਟਾਵਰ ਤੇ ਬੈਠੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਜੇਕਰ ਉਸ ਤਰੀਕੇ ਦੇ ਨਾਲ ਸਾਡੀ ਮੰਗ ਪਹੁੰਚਾਈ ਜਾਵੇ ਤਾਂ ਅਸੀਂ ਸਮਝਦੇ ਹਾਂ ਵੀ ਸਾਡੀ ਹਮਾਇਤ ਕਰ ਰਹੇ ਨੇ। ਪਰੰਤੂ ਇੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਹੁਣ ਨਵੇਂ ਤੋਂ ਨਵੇਂ ਜਿਹੜੇ ਉਹ ਸ਼ੋਸ਼ੇ ਛੱਡੇ ਜਾ ਰਹੇ ਨੇ। ਕੋਈ ਵੀ ਪਾਰਟੀ ਆਉਂਦੀ ਹੈ ਸਿਰਫ ਇੱਕ ਹੁਣ ਲਾ ਲਈਏ ਕੋਈ 300 ਯੂਨਿਟ ਦਾ ਮਾਫ ਦਾ ਬਿਜਲੀ ਦਾ ਕਹਿ ਰਿਹਾ ਹੈ ਵੀ ਆਹ ਕੁਛ ਅਸੀਂ ਤੁਹਾਨੂੰ ਦੇਵਾਂਗੇ। ਅਕਾਲੀ ਸਰਕਾਰ ਵੀ ਕਹਿ ਰਹੀ ਸੀਗੀ ਕਿ ਘਰ ਘਰ ਤੁਹਾਨੂੰ ਜਿਹੜਾ ਕਣਕ ਆਟਾ ਦਾਲ ਸਕੀਮ ਜਿਹੜੀ ਆ ਉਹ ਦਿੱਤੀ ਜਾਊਗੀ, ਸ਼ੁਰੂਆਤ ਕੀਤੀ ਸੀ। ਜੇਕਰ ਹੁਣ ਕੈਪਟਨ ਸਾਹਿਬ ਨੇ ਕਿਹਾ ਸੀ ਘਰ ਘਰ ਨੌਕਰੀ ਜਿਹੜੀ ਉਹ ਦਿੱਤੀ ਜਾਊਗੀ, ਘਰ ਘਰ ਰੁਜ਼ਗਾਰ ਦਿੱਤਾ ਜਾਊਗਾ। ਹਮੇਸ਼ਾ ਵਾਸਤੇ ਇਹ ਚੀਜ਼ ਜਿਹੜੀ ਉਹ ਗੱਲ ਕੀਤੀ ਜਾਂਦੀ, ਪਰੰਤੂ ਉਸ ਨੂੰ ਪ੍ਰੈਕਟੀਕਲ ਨਹੀਂ ਲਿਆ ਜਾਂਦਾ। ਤੁਹਾਨੂੰ ਅਸੀਂ ਤਾਂ ਸਰਕਾਰ ਅੱਗੇ ਗੱਲ ਮੰਗ ਰੱਖਣਾ ਚਾਹੁੰਦੇ ਹਾਂ ਕਿ ਸਾਨੂੰ ਫ੍ਰੀ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਚਾਹੀਦੀਆਂ, ਸਾਨੂੰ ਰੁਜ਼ਗਾਰ ਚਾਹੀਦਾ ਹੈ। ਜੇਕਰ ਸਾਡੇ ਕੋਲ ਰੁਜ਼ਗਾਰ ਹੋਊਗਾ ਤਾਂ ਅਸੀਂ ਸਾਰੀਆਂ ਚੀਜ਼ਾਂ ਖਰੀਦ ਪਾਵਾਂਗੇ, ਆਦੇ ਪੇਰੈਂਟਸ ਨੂੰ ਵੀ ਅਸੀਂ ਸੰਭਾਲ ਲਵਾਂਗੇ। ਜਿਸ ਤਰੀਕੇ ਨਾਲ ਹੁਣ ਸਰਕਾਰ ਨੇ ਬੱਸਾਂ ਦਾ ਕਿਰਾਇਆ ਫ੍ਰੀ ਕਰਤਾ। ਖਰੀਦਣਾ ਵੀ ਤਾਂ ਭਾਜੀ ਤੁਸੀਂ ਪੈਸੇ ਦੇ ਕੇ ਹੀ ਆ। ਹੁਣ ਸਰਕਾਰ ਕੱਲ੍ਹ ਕੇਜਰੀਵਾਲ ਜੀ ਬਿਜਲੀ ਦਾ ਕਹਿ ਕੇ ਆਟਾ ਦਾਲ ਪਹਿਲਾਂ ਹੀ ਆ, ਉਹ ਕਹਿੰਦੇ ਉਹ ਜਾਰੀ ਰਹਿਣੀ ਹੈ। ਜਦੋਂ ਸਾਰੀਆਂ ਸਹੂਲਤਾਂ ਫ੍ਰੀ ਮਿਲ ਰਹੀਆਂ, ਪੈਸਾ ਕੀ ਕਰਨਾ ਫਿਰ ਤੁਸੀਂ? ਛੱਡੋ ਪਰ ਨੌਕਰੀਆਂ ਕੀ ਕਰਨੀਆਂ ਜੀ, ਦੇ ਤਾਂ ਰਹੇ ਆ ਹੁਣ ਸਕੀਮਾਂ ਚੱਲਣ ਦਿਓ ਫਿਰ। ਨਾ ਜੀ ਨਾ, ਤੇ ਫਿਰ ਟੈਕਸ ਦੇਣ ਦੀ ਵੀ ਕੀ ਜ਼ਰੂਰਤ ਹੈ? ਇਹ ਟੈਕਸ ਜਿਹੜਾ ਸਾਡੇ ਕੋਲ ਰਹਿ ਰਹੇ ਨੇ, ਟੈਕਸ ਸਾਡੇ ਕੋਲ ਲੈ ਰਹੇ ਨੇ, ਡਾਈਟਾਂ ਦੇ ਵਿੱਚ ਸਾਨੂੰ ETT ਕੋਰਸ ਕਰਵਾ ਰਹੇ ਨੇ, ਤਾਂ ਜਿਹੜਾ ਫ੍ਰੀ ਹੈ ਉਹ ਫ੍ਰੀ ਸਾਨੂੰ ਨਹੀਂ ਚਾਹੀਦਾ। ਅਸੀਂ ਮਿਹਨਤ ਕਰਕੇ ਖਾਣ ਵਾਲੇ ਲੋਕ ਆ, ਪੰਜਾਬੀ ਲੋਕ ਆ। ਜਦੋਂ ਅਸੀਂ ਪੜ੍ਹ ਲਿਖ ਕੇ ਅਸੀਂ ਫਿਰ ਕਿੱਧਰ ਨੂੰ ਜਾਣਾ? ਪੜ੍ਹ ਲਿਖ ਕੇ ਜਿਹੜਾ ਇੱਕ ਨੌਜਵਾਨ ਉਹਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਉਹ ਕੋਈ ਨਸ਼ਿਆਂ ਵੱਲ ਜਾਊਗਾ, ਉਹ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕਾਰਾ ਕਰੂਗਾ ਜਿਸ ਦੇ ਨਾਲ ਗਲਤ ਸਟੈਪ ਪੱਟ ਪਊਗਾ। ਅਸੀਂ ਤਾਂ ਸਰਕਾਰ ਕੋਲ ਇਹ ਚਾਹੁੰਦੇ ਹਾਂ ਕਿ ਸਾਨੂੰ ਪੜ੍ਹੇ ਲਿਖੇ ਨੂੰ ਜਿਹੜਾ ਹੈ ਉਹ ਰੁਜ਼ਗਾਰ ਦੀ ਲੋੜ ਹੈ, ਤਾਂ ਹੀ ਜਿਹੜਾ ਉਹ ਆਪਣੇ ਕੰਮ ਦੇ ਵਿੱਚ ਜਿਹੜਾ ਉਹ ਸੈਟਲ ਹੋ ਕੇ ਜਿਹੜਾ ਆਪਣੇ ਪਰਿਵਾਰ ਨੂੰ ਜਿਹੜਾ ਉਹ ਸੰਭਾਲ ਸਕਦਾ। ਜਿਹੜੀਆਂ ਚੀਜ਼ਾਂ ਪੰਜਾਬ ਖੁਦ ਉਤਪਾਦ ਕਰ ਰਿਹਾ, ਚਾਹੇ ਉਹ ਕਣਕ ਹੈ, ਚਾਹੇ ਬਿਜਲੀ ਪੈਦਾ ਕਰ ਰਿਹਾ, ਹੈ ਨਾ, ਉਹੀ ਚੀਜ਼ਾਂ ਸਾਨੂੰ ਕਿਹਾ ਜਾ ਰਿਹਾ ਫ੍ਰੀ ਦੇਵਾਂਗੇ। ਮਤਲਬ ਕਿ ਉਹ ਉਸ ਜੋ ਸਾਨੂੰ ਰੇਟ ਤੇ ਜਾਇਜ਼ ਰੇਟ ਤੇ ਦਿੱਤੀਆਂ ਜਾਣ, ਇਹ ਨਹੀਂ ਠੀਕ ਹੋ ਰਹੂਗਾ ਜੀ? ਬਿਲਕੁਲ ਜੀ। ਜਿਸ ਤਰੀਕੇ ਦੇ ਨਾਲ ਹੁਣ ਪੈਟਰੋਲ ਡੀਜ਼ਲ ਦਾ ਜਿਹੜਾ ਰੇਟ ਵੱਧ ਰਿਹਾ ਹੈ, ਉਹ ਚਲੋ ਆਪਾਂ ਨੂੰ ਬਾਹਰੋਂ ਸਪੋਰਟ ਹੁੰਦਾ, ਠੀਕ ਹੈ ਜੀ। ਜਿਸ ਤਰੀਕੇ ਦੇ ਨਾਲ ਹੁਣ ਆਪਾਂ ਇਹ ਦੇਖ ਲਈਏ ਵੀ ਖੰਡ ਦਾ ਰੇਟ, ਘਿਓ ਦਾ ਰੇਟ ਦੁੱਗਣੇ ਤੋਂ ਤਿਗਣੇ ਹੋ ਚੁੱਕੇ ਨੇ। ਇਹ ਚੀਜ਼ਾਂ ਤਾਂ ਆਪਣੇ ਇੱਥੇ ਹੀ ਆਪਾਂ ਕਿਸਾਨ ਇੱਥੇ ਪੈਦਾ ਕਰ ਰਿਹਾ ਸਾਰਾ ਕੁਝ, ਤਾਂ ਉਹ ਕਿਉਂ ਹੋ ਰਿਹਾ? ਸੋ ਅਸੀਂ ਤਾਂ ਗੱਲ ਇੱਥੇ ਨਿਬੜਦੀ ਹੈ ਵੀ ਆਪ ਦੀ ਸਾਡੀ ਚੀਜ਼ ਬਣਾਈ ਹੋਈ, ਕਿਸਾਨਾਂ ਦੀ, ਸਾਡੇ ਮਜ਼ਦੂਰਾਂ ਦੀ ਚੀਜ਼ ਬਣਾਈ ਹੋਈ ਸਾਨੂੰ ਵੀ ਕਹਿ ਰਹੇ ਨੇ ਵੀ ਤੁਹਾਨੂੰ ਫ੍ਰੀ ਦੇ ਰਹੇ ਹਾਂ। ਉਹ ਤਾਂ ਗੱਲ ਨਹੀਂ ਨਾ, ਉਹ ਤਾਂ ਸਾਰਾ ਅਸੀਂ ਆਪਦੀ ਬਣਾ ਰਹੇ ਹਾਂ, ਉਹ ਸਾਨੂੰ ਫ੍ਰੀ ਦੇ ਰਹੇ ਨੇ। ਅਸੀਂ ਤਾਂ ਸਰਕਾਰ ਕੋਲੋਂ ਸਾਡੀ ਇਹੋ ਹੀ ਮੇਨ ਮੰਗ ਹੈ, ਜਿਹੜੀ ਮੰਗ ਨੂੰ ਸਾਡਾ ਸਾਥੀ ਲੈ ਕੇ ਚੜ੍ਹਿਆ ਹੋਇਆ, ਟਾਵਰ ਤੇ ਚੜ੍ਹਿਆ ਹੋਇਆ, ਅੱਜ ਮਰਨ ਵਰਤ ਤੇ ਵੀ ਬੈਠਾ ਹੋਇਆ ਹੈ, ਤਾਂ ਇਹ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੈਠਾ ਹੋਇਆ ਵੀ ਰੁਜ਼ਗਾਰ ਜਿਹੜਾ ਉਹ ਸਾਨੂੰ ਜਿਹੜਾ ਮੁਹੱਈਆ ਕਰਵਾਇਆ ਜਾਵੇ। ਹਾਂਜੀ ਬਾਈ। ਦੇਖੋ ਸਰਕਾਰਾਂ ਦੀ ਨੀਤੀਆਂ ਕੀ ਨੇ? ਇਹ ਕਹਿੰਦੇ ਵੀ ਅਸੀਂ ਤੁਹਾਨੂੰ ਉਹ ਚੀਜ਼ ਫ੍ਰੀ ਦੇਤੀ, ਆਹ ਚੀਜ਼ ਫ੍ਰੀ ਦੇਤੀ। ਕਰਦੇ ਕੀ ਨੇ? ਇਹਨਾਂ ਨੇ ਪਿਛਲੇ ਦਿਨੀ ਯੂਰੀਆ ਦਾ ਰੇਟ ਜਿਹੜਾ ਕਿਸਾਨਾਂ ਦੇ ਲਈ 2400 ਰੁਪਇਆ ਵਧਾ ਦਿੱਤਾ, ਜਦੋਂ ਕਿ ਪਹਿਲਾਂ ਉਹ ਗੱਟਾ 1200 ਸੀ। ਇਹਨਾਂ 1200 ਤੋਂ 2400 ਕਰਤਾ DAP ਦਾ। ਫਿਰ ਇਹਨਾਂ ਨੇ ਕੀ ਕੀਤਾ? 2400 ਤੋਂ ਫਿਰ 1200 ਹੀ ਤਾਂ ਕੀਤਾ, ਜਾਂ ਤਾਂ 1200 ਤੋਂ 800 ਕਰਦੇ। ਮਤਲਬ ਗੱਲ ਕਹਿਣ ਦੀ ਇਹ ਹੈ ਕਿ ਜਿਹੜੇ ਇਹ ਸਾਨੂੰ ਆંકੜਿਆਂ ਦੇ ਹੇਰ ਫੇਰ ਦੇ ਵਿੱਚ ਫਸਾ ਰਹੇ ਆ, ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਸਾਨੂੰ ਭੀਖ ਨਹੀਂ ਚਾਹੀਦੀ, ਸਾਨੂੰ ਰੁਜ਼ਗਾਰ ਦਿਓ। ਅਸੀਂ ਕਿਸਾਨਾਂ ਦੇ ਪੁੱਤਰ ਹਾਂ, ਅਸੀਂ ਮਜ਼ਦੂਰਾਂ ਦੇ ਪੁੱਤਰ ਹਾਂ, ਅਸੀਂ ਗਰੀਬ ਦੇ ਪੁੱਤਰ ਹਾਂ। ਸਾਨੂੰ ਇਹਨਾਂ ਨੇ ਜਦੋਂ ਤਾਂ ਐਜੂਕੇਸ਼ਨ ਦੇਣੀ ਸੀ, ਉਦੋਂ ਇਹਨਾਂ ਨੇ ਸਾਨੂੰ ਮੋਟਾਂ ਫੀਸਾਂ ਨੇ ਸਾਡੇ ਕੋਲ ਵਸੂਲੀਆਂ, 1.5 2 ਲੱਖ ਰੁਪਈਆ ਜਿਹੜਾ ਅਸੀਂ ETT ਤੇ ਲਾਇਆ। ਲੇਕਿਨ ਅੱਜ ਰੁਜ਼ਗਾਰ ਦੇਣ ਦੀ ਵਾਰੀ ਹੈ ਤਾਂ ਇਹ ਭੱਜ ਰਹੇ ਆ। ਅੱਜ 100 ਜਿਹੜਾ ਵੇਖ ਰਹੇ ਆ, 2 ਦਿਨਾਂ ਤੋਂ ਸਾਡਾ ਸਾਥੀ ਹੈ ਜਿਹੜਾ ਟਾਵਰ ਦੇ ਉੱਪਰ ਬੈਠਾ ਹੋਇਆ, ਔਰ ਪੂਰੇ 11ਵਾਂ ਦਿਨ ਮਰਨ ਵਰਤ ਤੇ ਬੈਠਾ ਹੋਇਆ। ਸ਼ੂਗਰ ਲੈਵਲ ਇੰਨਾ ਡਾਊਨ ਹੋ ਰਿਹਾ, ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ। ਇੱਥੋਂ ਤੱਕ ਸਿਵਲ ਪ੍ਰਸ਼ਾਸਨ
ਸਿਵਲ ਪ੍ਰਸ਼ਾਸਨ ਵੀ ਆ ਕੇ ਇੱਥੇ ਸਾਡੇ ਨਾਲ ਕੋਈ ਵਾਰਤਾ ਜਿਹੜਾ ਉਹ ਨਹੀਂ ਬਣਾਇਆ ਗਿਆ। ਸਿਰਫ ਇਸ ਗੱਲ ਦੀ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਇਹ ਸਾਥੀ ਦੀ ਮੌਤ ਹੋਵੇ ਤੇ ਜਿਹੜਾ 5 ਲੱਖ ਮੁਆਵਜ਼ਾ ਦੇ ਕੇ ਤੇ ਘਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਜਿਹੜੀ ਐਲਾਨ ਕੇ ਤੇ ਅਸੀਂ ਆਪਦਾ ਪਿੱਛਾ ਛਡਾਈਏ। ਲੇਕਿਨ ਸਾਥੀ ਇਸ ਗੱਲ ਤੇ ਅੜਿਆ ਹੋਇਆ, ਜਿੰਨੀ ਦੇਰ ਤੱਕ 10,000 ਦੀ ਭਰਤੀ ਹੈ ਜਿਹੜੀ ETT ਨੂੰ ਨਹੀਂ ਦਿੱਤੀ ਜਾਂਦੀ ਪ੍ਰੈਫਰੈਂਸ ਦੇ ਆਧਾਰ ਤੇ, ਉਨੀ ਦੇਰ ਤੱਕ ਮੈਂ ਜਿਹੜਾ ਥੱਲੇ ਉਤਰਨ ਵਾਲਾ ਨਹੀਂਗਾ। ਨਹੀਂ ਬਾਈ ਜੀ, ਇੱਕ ਗੱਲ ਹੋਰ ਹੈ, ਜਦੋਂ ਅਸੀਂ ਦੇਖਿਆ ਜਦੋਂ ਛੋਟੇ ਛੋਟੇ ਬੱਚੇ ਬੋਰਵੈਲ ਦੇ ਵਿੱਚ ਡਿੱਗ ਜਾਂਦੇ ਆ, ਉੱਥੇ ਤਾਂ ਬਹੁਤ ਭੀੜ ਸੀ ਲੋਕਾਂ ਦੀ। ਉਦੋਂ ਬਹੁਤ ਜ਼ਿਆਦਾ ਰਾਜਨੀਤਿਕ ਲੋਕ ਵੀ ਉੱਥੇ ਹੀ ਮੌਜੂਦ ਰਹੇ, 5-5 ਦਿਨ 6-6 ਦਿਨ ਬਹੁਤ ਸਾਰੇ ਬੱਚੇ ਡਿੱਗੇ ਆ। ਹਰ ਥਾਂ ਦੀ ਗੱਲ ਕਰ ਰਿਹਾ ਮੈਂ। ਤੇ ਵੱਡਾ ਨੌਜਵਾਨ ਸੀ ਔਰ ਨੌਕਰੀ ਕਰਕੇ ਚੜਿਆ ਹੋਇਆ ਏ ਤੇ ਇਹਦੀ ਜਾਨ ਦੀ ਕੋਈ ਪਰਵਾਹ ਨਹੀਂ। ਮੈਨੂੰ ਤਾਂ ਐਵੇਂ ਸੀ ਵੀ ਰਸਤੇ 'ਚ ਮੈਂ ਸੋਚ ਰਿਹਾ ਸੀ, ਮੈਂ ਕਿਹਾ ਯਾਰ ਉੱਥੇ ਤਾਂ ਬਹੁਤ ਭੀੜ ਹੋਣੀ ਆ ਲੱਗੀ ਹੋਈ, ਤੁਸੀਂ ਤੇ 5-7 ਜਣੇ ਬੈਠੇ ਹੋ, ਨਾ ਕੋਈ ਲੀਡਰ ਇੱਥੇ। ਇਹ ਸਭ ਕ੍ਰੈਡਿਟ ਲੈਣ ਆਉਂਦੇ ਆ। ਜਦੋਂ ਇਹੋ ਜਿਹਾ ਕੋਈ ਸੀਨ ਹੋ ਜਾਂਦਾ ਕ੍ਰੈਡਿਟ ਲੈਣ ਲਈ ਮਿੰਟਾਂ 'ਚ ਪਹੁੰਚ ਜਾਂਦੇ ਆ। ਲੇਕਿਨ ਜਦੋਂ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ ਹੁੰਦਾ ਹੈ ਫਿਰ ਉਹ ਕਈ ਸਾਲਾਂ ਤੱਕ ਉਹ ਫੈਲਾਂ ਨੇ ਜਿਹੜੀਆਂ ਉਹ ਰੁਲਦੀਆਂ ਰਹਿੰਦੀਆਂ ਨੇ। ਇਹ ਤਰਾਸਦੀ ਹੈ ਪੰਜਾਬ ਦੀ। ਪੰਜਾਬ ਨੂੰ ਅੱਜ ਇਹਨਾਂ ਨੇ 3-4 ਪੜਾਵਾਂ ਦੇ ਵਿੱਚ ਵੰਡ ਦਿੱਤਾ। ਪੰਜਾਬ ਦੇ ਨੌਜਵਾਨਾਂ ਨੂੰ ਉਹਨੂੰ 4 ਰਾਹ ਛੱਡਿਆ। 4 ਰਾਹ ਕਿਹੜੇ ਛੱਡੇ ਆ? ਇੱਕ ਰਾਹ ਉਹ ਛੱਡਿਆ ਨੌਜਵਾਨੀ ਦੇ ਲਈ, ਇੱਥੋਂ ਆਈਲੈਟਸ ਕਰੋ, 7 ਬੈਂਡ ਲਓ, ਦੇਸ਼ ਛੱਡ ਕੇ ਭਾਜੋ। ਦੂਜਾ ਰਾਹ ਉਹ ਛੱਡਿਆ ਨਹਿਰਾਂ ਦੇ ਵਿੱਚ ਛਾਲਾਂ ਮਾਰੋ, ਸਲਫਾਸ ਖਾ ਲਓ, ਜਿਹੜਾ ਆਪਣਾ ਜੀਵਨ ਲੀਲਾ ਖਤਮ ਕਰ ਦਿਓ। ਤੀਜਾ ਰਾਹ ਉਹ ਛੱਡਿਆ ਗੈਂਗਵਾਰ ਦੇ ਰਾਹ ਇਹਨਾਂ ਨੇ ਜਿਹੜੇ ਛੱਡਤੇ ਆ ਵੀ ਤੁਸੀਂ ਗੈਂਗਸਟਰ ਬਣੋ, ਗਲਤ ਰਾਹਾਂ ਤੇ ਇਖਤਿਆਰ ਕਰੋ, ਨਸ਼ਿਆਂ ਤੇ ਲੱਗੋ, ਇਹ ਰਾਹ ਛੱਡਤਾ ਹੈ। ਔਰ ਚੌਥਾ ਰਾਹ ਜਿਹੜਾ ਅਸੀਂ ਇਖਤਿਆਰ ਕੀਤਾ ਹੈ, ਅਸੀਂ ਲੜ ਰਹੇ ਹਾਂ। ਅਸੀਂ ਪੰਜਾਬ ਦੀ ਮਿੱਟੀ ਨੂੰ ਛੱਡ ਕੇ ਨਹੀਂ ਭੱਜਣਾ ਚਾਹੁੰਦੇ, ਨਾ ਅਸੀਂ ਭੱਜਣਾ, ਅਸੀਂ ਲੜ ਰਹੇ ਹਾਂ, ਸੰਘਰਸ਼ ਕਰ ਰਹੇ ਹਾਂ। ਅਸੀਂ ਜਾਂਦੇ ਹਾਂ, ਜਦੋਂ ਵੀ ਵਾਈਪੀਐਸ ਚੌਂਕ ਤੇ ਜਾਂਦੇ ਹਾਂ, ਸਾਡੀਆਂ ਭੈਣਾਂ ਦੀਆਂ ਚੁੰਨੀਆਂ ਖਿੱਚੀਆਂ ਜਾਂਦੀਆਂ, ਵਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ ਹੈ, ਸਾਡੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਸੁਸ਼ਮਾ ਜਿਹੜਾ ਫਾਰਮ ਹੈ ਉੱਥੇ ਅਸੀਂ ਗਏ ਹਾਂ 3 ਦਿਨ ਪਹਿਲਾਂ, ਤੇ ਸਾਡੇ ਨਾਲ 1.5 ਤੋਂ 2 ਘੰਟੇ ਸਾਡੇ ਨਾਲ ਉਹ ਵਤੀਰਾ ਕੀਤਾ ਗਿਆ। ਉੱਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਿੱਛੋਂ ਹੁਕਮ ਆਇਆ ਕਿ ਇੱਥੇ ਕੋਈ ਅਜੇ ਤੱਕ ਪਹੁੰਚਿਆ ਨਹੀਂ, ਤੁਸੀਂ ਕਿਵੇਂ ਪਹੁੰਚ ਗਏ? ਅਸੀਂ ਕਿਹਾ ਅਸੀਂ ਰੋਜ਼ਗਾਰ ਨੂੰ ਲੈ ਕੇ ਪਹੁੰਚੇ। ਸਾਡੇ ਨਾਲ ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਕਹਿੰਦੇ ਪਟਿਆਲੇ ਜਾਓ। ਅਸੀਂ ਕਿਹਾ ਪਟਿਆਲੇ ਅਸੀਂ ਕਈ ਵਾਰ ਗਏ ਹਾਂ, ਸਾਡੇ ਨਾਲ ਵਾਅਦਾ ਮੋਤੀ ਮਹਿਲ ਤੋਂ ਕੀਤਾ ਸੀ, ਲੇਕਿਨ ਕੈਪਟਨ ਸਾਹਿਬ ਇੱਥੇ ਬੈਠੇ ਆ, ਸਾਨੂੰ ਹਰ ਵਾਰ ਪੁਲਿਸ ਪ੍ਰਸ਼ਾਸਨ ਕਹਿੰਦਾ ਬਈ ਇੱਥੇ ਕੋਈ ਹੈ ਨਹੀਂ, ਇੱਥੇ ਕੋਈ ਹੈ ਨਹੀਂ। ਜੇ ਕੈਪਟਨ ਸਾਹਿਬ ਸਾਨੂੰ ਪਤਾ ਲੱਗੇ ਵੀ ਇੱਥੇ ਹੁੰਦੇ ਨੇ, ਅਸੀਂ ਕਿਹਾ ਚੱਲ ਇੱਥੇ ਆ ਕੇ ਇਹਨਾਂ ਤੋਂ ਜਿਹੜੀ ਨੌਕਰੀ ਦੀ ਉਹ ਮੰਗ ਕਰ ਲੈਂਦੇ ਹਾਂ। ਕਿੰਨੇ ਸਾਲ ਹੋ ਗਏ ਤੁਹਾਨੂੰ ETT ਕੀਤਿਆਂ ਨੂੰ? ਸਾਨੂੰ ਅੱਜ ਮੈਂ 2006-08 ਦੇ ਬੈਚ ਦੇ ਵਿੱਚ ਜਿਹੜੀ ਹੈ ETT ਉਹ ਕੀਤੀ। ਤੇ ਆਪਾਂ ਭਾਜੀ ਕੈਪਟਨ ਸਰਕਾਰ ਨੇ ਵਾਅਦਾ ਕਰ ਲਿਆ ਵੀ 6 ਮਹੀਨਿਆਂ 'ਚ ਰੋਜ਼ਗਾਰ ਦੇ ਦੂੰਗਾ, ਤੇ ਜਿਹੜੇ ਤੁਹਾਡੇ ਧਰਨੇ ਸੀ 6 ਮਹੀਨੇ ਬਾਅਦ ਕਿਉਂ ਨਹੀਂ ਲੱਗੇ? ਤੇ ਆਪਾਂ ਵੀ ਲੋਕ ਮੈਨੂੰ ਲੱਗਦਾ ਇੰਨੇ ਖੁਦਗਰਜ਼ ਹੋ ਗਏ, ਸਾਨੂੰ ਪਤਾ ਵੀ ਯਾਰ ਲੀਡਰਾਂ ਨੇ ਜਦੋਂ ਵੋਟਾਂ ਜੀਆਂ ਨੇੜੇ ਹੋਣੀਆਂ 4.5 ਸਾਲ ਹੋ ਜਾਣੇ, ਤੇ ਉਸੇ ਵੇਲੇ ਆਪਾਂ ਜਿਹੜੇ ਹੈਗੇ ਆ ਵੱਡੇ ਲੈਵਲ ਤੇ ਧਰਨੇ ਕਰਾਂਗੇ। ਹੋ ਸਕਦਾ ਤੁਸੀਂ ਛੋਟੇ ਲੈਵਲ ਤੇ ਧਰਨੇ ਕੀਤੇ ਹੋਣੇ, ਪਰ ਹੁਣ ਜਿਹੜੇ ਮਰਨ ਵਰਤ ਆਪਾਂ ਵੀ ਫਿਰ ਵੋਟਾਂ ਦੇ ਨੇੜੇ ਆ ਕੇ ਕਿਉਂ ਰੱਖਦੇ ਆ? ਕਿਤੇ ਨਾ ਕਿਤੇ ਸਾਡੀ ਵੀ ਗਲਤੀ ਹੈ। 4.5 ਸਾਲ ਤੋਂ ਸਾਡੀ ਜਥੇਬੰਦੀ ਲੜ ਰਹੀ ਹੈ। ਸੰਗਰੂਰ ਦੇ ਵਿੱਚ 2019 ਦੇ ਵਿੱਚ ਕੋਵਿਡ ਤੋਂ ਪਹਿਲਾਂ ਮਰਨ ਵਰਤ ਤੇ ਸਾਡੇ ਸਾਥੀ ਨੇ ਜਿਹੜੇ 20 ਦਿਨ ਬੈਠੇ ਰਹੇ, ਜਿੰਦੇ ਵਿੱਚੋਂ 2364 ਪੋਸਟਾਂ ਜਿੰਦੇ ਤੇ ਲੜਾਈ ਲੜੀ ਜਾ ਰਹੀ ਹੈ। ਅਮੈਂਡਮੈਂਟ ਜਿਹੜੇ 2364 ਪੋਸਟਾਂ ਅੰਸ਼ਕ ਜਿੱਤ ਦੇ ਰੂਪ ਦੇ ਵਿੱਚ ਨਿਕਲ ਕੇ ਆਈਆਂ। ਉਸ ਸਮੇਂ ਦੌਰਾਨ ਵੀ ਕੋਵਿਡ ਤੋਂ ਪਹਿਲਾਂ 8 ਮਾਰਚ ਨੂੰ 22 ਮਾਰਚ ਨੂੰ ਜਿਹੜਾ ਲੋਕਡਾਊਨ ਲੱਗਿਆ ਸੀ, 8 ਮਾਰਚ ਨੂੰ ਨਹਿਰਾਂ ਦੇ ਵਿੱਚ ਛਾਲਾਂ ਮਾਰੀਆਂ। ਉਸ ਤੋਂ ਬਾਅਦ ਜਿਹੜੀ 2364 ਪੋਸਟਾਂ ਹੋਈਆਂ, 1664 ਪਹਿਲਾਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਸੀ ਅੰਸ਼ਕ ਜਿੱਤ ਦੇ ਰੂਪ ਵਜੋਂ। ਉਹਦੇ ਤੋਂ ਬਾਅਦ ਕੀ ਹੋਇਆ? ਉਹਦੇ ਵਿੱਚ ਇਹਨਾਂ ਨੇ ਸੋਧ ਪੱਤਰ ਜਾਰੀ ਕੀਤੇ। ਕਰੋਨਾ ਕਾਲ ਦੇ ਵਿੱਚ ਇਹਨਾਂ ਨੇ ਸਾਡਾ ਸਕਰੀਨਿੰਗ ਟੈਸਟ ਰੱਖਤਾ। ਸਕਰੀਨਿੰਗ ਟੈਸਟ ਦੇ ਵਿੱਚ ਵੀ ਅਸੀਂ ਜਿਹੜਾ ਕੁਆਲੀਫਾਈ ਹੈ ਉਹ ਕੀਤਾ। ਫਿਰ ਇਹਨਾਂ ਨੇ ਕੀ ਕੀਤਾ? ਜਿਹੜੇ ਕੱਚੇ ਮੁਲਾਜ਼ਮ ਨੇ, ਜਿਹੜੇ ਸਰਪੰਚਾਂ ਦੇ ਥਰੂ ਰੱਖੇ ਹੋਏ ਨੇ, ਉਹਨਾਂ ਨੂੰ 10 ਨੰਬਰ ਦੇ ਦਿੱਤੇ। ਉਹਨਾਂ ਨੂੰ 10 ਨੰਬਰ ਦੇ ਕੇ 5 ਨੰਬਰ ਗ੍ਰੈਜੂਏਸ਼ਨ ਦੇ ਕੇ ਸਾਨੂੰ ਜਿਹੜਾ ਰੇਸ ਤੋਂ ਬਾਹਰ ਕਰਤਾ। ਤੇ ਜਿਹੜਾ BEd ਨੂੰ ETT ਦੇ ਇਤਿਹਾਸ ਵਿੱਚ ਅਜੇ ਤੱਕ ਕਦੇ ਵੀ ਨਹੀਂ ਹੋਇਆ ਕਿ ETT ਦੀ ਪੋਸਟ ਤੇ BEd ਨੂੰ ਬਰਾਬਰ ਵਿਚਾਰਿਆ ਜਾਵੇ। ETT ਨੂੰ ETT ਦੀ ਪੋਸਟ ਤੇ ਜਿਹੜਾ ਬਰਾਬਰ ਵਿਚਾਰਿਆ ਗਿਆ, ਜਿੰਦੇ 1400 ਬੰਦਾ ਤਾਂ BEd ਦਾ ਲੱਗ ਰਿਹਾ ETT ਦੀ ਪੋਸਟ ਤੇ 600 ਬੰਦਾ ਜਿਹੜਾ 550 ਬੰਦਾ ਜਿਹੜਾ ਲੱਗ ਰਿਹਾ ਉਹ ਕੱਚਾ ਅਧਿਆਪਕ ਲੱਗ ਰਿਹਾ, ਤੇ ETT ਦਾ ਬੰਦਾ ਹੀ 300 ਲੱਗ ਰਿਹਾ, ਜਦੋਂ ਕਿ ਪੋਸਟ 2364 ਹੈ ਜਿਹੜੀ ਉਹ ETT ਦੀ ਹੈ। ਇਵੇਂ ਦੇ ਜਿਹੜੇ ਸਾਡੇ ਤੇ ਆਂਕੜਿਆਂ ਦਾ ਹੇਰ ਫੇਰ ਕਰਕੇ ਸਾਡੇ ਤੇ ਜਿਹੜੇ ਥੋਪਿਆ ਜਾ ਰਿਹਾ, ਇਵੇਂ ਦੇ ਜਿਹੜੀਆਂ ਸੋਧਾਂ ਕਰਕੇ ਜਿਹੜਾ ਥੋਪਿਆ ਜਾ ਰਿਹਾ ਸਾਡੇ ਤੇ। ਔਰ ਸੰਘਰਸ਼ ਦਾ ਜਿਹੜਾ ਮੈਦਾਨ ਹੈ ਤਾਂ ਹੀ ਅਸੀਂ ਇਖਤਿਆਰ ਕੀਤਾ, ਕਿਉਂਕਿ ਉਹਨਾਂ ਲਈ ਲਹਿਜਾ 8393 ਪੋਸਟਾਂ ਨੇ ਜਿਹੜੀਆਂ ਦਿੱਤੀਆਂ ਹੋਈਆਂ ਨੇ, ਉਹਦੇ ਵਿੱਚ ਹੋਰ ਕੋਈ ਵੀ ਜਿਹੜਾ ਅਪਲਾਈ ਹੈ ਉਹ ਨਹੀਂ ਕਰ ਸਕਦਾ। ਅਗਰ ਉਹਨਾਂ ਨੂੰ 8393 ਪੋਸਟਾਂ ਦਿੱਤੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਉਹਦੇ ਤੇ ਪੱਕਾ ਕਰੋ। ਸਰਕਾਰ ਦੋਗਲੀ ਨੀਤੀ ਕਿਉਂ ਅਪਣਾ ਰਹੀ ਹੈ? ਸਰਕਾਰ ਇਸ ਤਰ੍ਹਾਂ ਦਾ ਕਿਉਂ ਰੁਖ ਇਖਤਿਆਰ ਕਰ ਰਹੀ ਕਿ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ? ਸਾਡੀ ਉਹਨਾਂ ਨਾਲ ਕੋਈ ਨਿੱਜੀ ਲੜਾਈ ਨਹੀਂ, ਉਹਨਾਂ ਨੇ 8393 ਕੱਢਤੀਆਂ।
ਕਰਤੀਆਂ, ਸਾਡੇ ਲਈ 2364 ਕੱਢਤੀਆਂ। 2364 ਦੇ ਵਿੱਚ ETT ਨੂੰ ਪ੍ਰੈਫਰੈਂਸ ਦਿੱਤੀ ਜਾਵੇ। ਇਹ ਲੜਾਈ ਅਸੀਂ ਲੈ ਕੇ ਮੈਦਾਨ ਦੇ ਵਿੱਚ ਆਏ ਸੀ ਤੇ ਨਾਲ ਸਾਨੂੰ 8 ਤੋਂ 10 ਹਜ਼ਾਰ ਦੀ ਜਿਹੜੀ ਨਵੀਂ ਭਰਤੀ ਹੈ ਉਹ ਦਿੱਤੀ ਜਾਵੇ ਤਾਂ ਜੋ ਸਾਨੂੰ ਜਿਹੜਾ ਰੋਜ਼ਗਾਰ ਹੈ ਉਹ ਮੁਹੱਈਆ ਕਰਾਇਆ ਜਾਵੇ, ਰੋਜ਼ਗਾਰ ਹੈ ਜਿਹੜਾ ਸਾਡਾ ਉਹ ਮਿਲ ਸਕੇ। ਦੂਜਾ ਮੈਂ ਦੱਸ ਦੇਵਾਂ, ਜਿਹੜਾ ਸਾਡਾ ਸਾਥੀ ਸੁਰਿੰਦਰਪਾਲ ਹੈ ਉਹ ਟਾਵਰ ਦੇ ਉੱਪਰ ਬੈਠਾ, ਉਹ ਸਿਲੈਕਟਡ ਕੈਂਡੀਡੇਟ ਹੈ। ਸਿਲੈਕਟਡ ਕੈਂਡੀਡੇਟ ਤੋਂ ਭਾਵ ਸਾਡੇ ਜਿਹੜੇ ਸਾਥੀ ਦੇ ਨੰਬਰ ਨੇ 52 ਨੰਬਰ ਨੇ, SCRO 'ਚ ਹੈ ਉਹ ਸਾਥੀ। ਲੇਕਿਨ ਮੈਰਿਟ ਕਿੱਥੇ ਖੜੀ ਹੈ? ਮੈਰਿਟ ਖੜੀ ਹੈ 62 ਤੇ। ਜਿਹੜੇ ਕੱਚੇ ਮੁਲਾਜ਼ਮ ਨੇ ਉਹ 47 ਵਾਲੇ ਲੱਗ ਰਿਹਾ। 47 ਤੋਂ ਭਾਵ ਕਿ 47 ਔਰ 15 62, ਔਰ ਉਹ ਬੰਦੇ ਨੇ ਜਿਹੜੇ ਲੱਗ ਰਹੇ ਨੇ ਜਿਹੜੇ 15 ਨੰਬਰ ਐਕਸਟਰਾ ਲੈ ਕੇ। ਲੇਕਿਨ ਸਾਡਾ ਸਾਥੀ ਹੈ ਜਿਹੜਾ 52 ਨੰਬਰ ਵਾਲਾ, ਜਿਹੜਾ ਸਿਲੈਕਟਡ ਕੈਂਡੀਡੇਟ ਅੱਜ ਉਹ ਟਾਵਰ ਦੇ ਉੱਪਰ ਬੈਠਾ ਹੈ। ਬਾਈ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ETT ਤਾਂ ਲੰਮੇ ਸਮੇਂ ਤੋਂ ਜਿਹੜੇ ਹੈਗੇ ਆ ਡਾਂਗਾ ਖਾਂਦੇ ਆ ਰਹੇ ਨੇ, ਜਿਹਦੀ ਮਰਜ਼ੀ ਸਰਕਾਰ ਹੋਵੇ ETT ਅਧਿਆਪਕਾਂ ਨੇ। ਤੇ ਫਿਰ ਅਧਿਆਪਕ ਜਿਹੜੇ ਹੈਗੇ ਨੇ, ਜਦੋਂ ਅਸੀਂ ਕਿੱਤਾ ਇਹਨੂੰ ਮਤਲਬ ਕਿ ਵਿੱਦਿਆ ਨੂੰ ਚੁਣਦੇ ਹਾਂ ਤਾਂ ਅਸੀਂ ਏਕਾ ਕਰਕੇ ਇਹ ਨਹੀਂ ਕਰ ਸਕਦੇ ਵੀ ਅਸੀਂ ਇਹ ਪੜ੍ਹਾਈਓ ਨਾ ਕਰੀਏ, ਸਾਰੇ ਸਰਕਾਰਾਂ ਦੀਆਂ ਜੜ੍ਹਾਂ ਹਿਲ ਜਾਣ। ਜਦੋਂ ਅਧਿਆਪਕ ਹੀ ਨਹੀਂ ਹੋਣਗੇ ਤਾਂ ਸਰਕਾਰਾਂ ਨੂੰ ਪਤਾ ਲੱਗੂਗਾ। ਸਰਕਾਰਾਂ ਤਾਂ ਇਹ ਗੱਲਾਂ ਚਾਹੁੰਦੀਆਂ ਨੇ। ਨਵੀਂ ਸਿੱਖਿਆ ਨੀਤੀ ਦੇ ਵਿੱਚ ਕੀ ਲੈ ਕੇ ਆਏ? ਨਵੀਂ ਸਿੱਖਿਆ ਨੀਤੀ ਦੇ ਵਿੱਚ ਇਹੀ ਤਾਂ ਲੈ ਕੇ ਆਏ ਸਭ ਕੁਝ। ਆਨਲਾਈਨ ਸਟੱਡੀ ਕੀ ਹੈ? ਇਹੀ ਤਾਂ ਹੈ ਸਭ ਕੁਝ। ਇਹ ਕੀ ਕਰਨਾ ਕੀ ਚਾਹੁੰਦੇ ਨਵਾਂ ਸਿੱਖਿਆ ਨੀਤੀ ਦੇ ਵਿੱਚ? 15 ਪਿੰਡਾਂ ਦਾ ਇੱਕ ਸਲੋਟ ਬਣਾ ਕੇ ਉਹ 15 ਪਿੰਡਾਂ ਦੇ ਵਿੱਚ ਸਕੂਲਾਂ ਨੂੰ ਬੰਦ ਕਰਕੇ ਇੱਕ ਜਗ੍ਹਾ 'ਤੇ ਸਕੂਲ ਲਿਜਾਉਣਾ ਚਾਹੁੰਦੇ, ਉੱਥੇ ਵੈਨਾਂ ਲਾਉਣਾ ਚਾਹੁੰਦੇ ਆ। ਉਹ ਵੈਨਾਂ ਨੂੰ 5-10 ਸਾਲਾਂ 'ਚ ਕੰਡਮ ਕਰਕੇ ਰੋਡਵੇਜ ਦੀ ਬੱਸ ਵਾਂਗੂ ਉਠਾਲ ਦੇਣਗੇ। 15 ਪਿੰਡ ਪਿੱਛੇ ਜਿਹੜੇ ਸਕੂਲ ਸੀਗੇ ਉਹ ਬੰਦ ਹੋ ਗਏ। ਜਿਹੜਾ 15 ਪਿੰਡਾਂ ਦੇ ਇੱਕ ਸਕੂਲ ਬਣਾਇਆ ਸੀ ਉਹ ਵੀ ਬੰਦ ਹੋ ਜਾਊਗਾ। ਗਰੀਬ ਤੋਂ ਜਿਹੜਾ ਰੋਜ਼ਗਾਰ, ਜਿਹੜਾ ਸਿੱਖਿਆ ਹੈ ਗਰੀਬ ਦੇ ਬੱਚੇ ਤੋਂ, ਉਹ ਖੁੱਸ ਜਾਏਗੀ, ਉਹ ਅਨਪੜ੍ਹ ਰਹਿ ਜਾਏਗਾ। ਬਸ ਫਿਰ ਆਟਾ ਦਾਲ ਦੇ ਚਾਂਸੇ 'ਚ ਦੇ ਕੇ ਜਿਹੜਾ ਉਹਨਾਂ ਨੂੰ ਉਲਝਾਈ ਫਿਰਨਗੇ, ਰੋਜ਼ਗਾਰ ਦੀ ਮੰਗ ਉਹ ਕਰਨਗੇ ਹੀ ਨਹੀਂ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਪੜ੍ਹ ਲਿਖ ਗਏ, ਸਾਡੀ ਬਦਨਸੀਬੀ ਇਹ ਹੈ ਵੀ ਅਸੀਂ ਪੜ੍ਹ ਲਿਖ ਗਏ, ਪੜ੍ਹ ਲਿਖ ਕੇ ਇਹਨਾਂ ਤੋਂ ਰੋਜ਼ਗਾਰ ਮੰਗਣ ਲੱਗ ਗਏ, ਤਾਂ ਹੀ ਤੇ ਸਾਨੂੰ ਡਾਂਗਾ ਮਾਰ ਰਹੇ ਆ। ਲੋਕ ਤਾਂ ਕੱਲ ਦੇ ਬਹੁਤ ਖੁਸ਼ ਹੋਏ ਵੇ, ਆਟਾ ਦਾਲ ਤਾਂ ਉਹ ਕਹਿੰਦੇ ਚੱਲਣੀ ਹੈ ਤੇ ਨਾਲ ਹੁਣ ਬਿਜਲੀਆਂ ਦੀਆਂ ਯੂਨਿਟਾਂ ਵੀ ਕਹਿੰਦੇ 300 ਮਿਲਣਗੀਆਂ। ਲੋਕ ਤੇ ਖੁਸ਼ ਹੋਏ ਪਏ, ਤੁਸੀਂ ਕਹਿੰਦੇ ਸਾਨੂੰ ਅਸੀਂ ਤੰਗ ਹੋ ਰਹੇ ਹਾਂ। ਇਹ ਖੁਸ਼ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਨਾ ਵੀ ਲੋਕ ਖੁਸ਼ ਨੇ ਕਿ ਕੀ ਨੇ। ਇਹ ਲੋਕਾਂ ਨੇ ਲੋਕ ਵਿਰੋਧ ਵੀ ਤਾਂ ਕਰ ਰਹੇ ਆ। ਲੋਕ ਇਹਨਾਂ ਨੂੰ ਘਰਾਂ 'ਚ ਨਹੀਂ ਵੜਨ ਦੇ ਰਹੇ। ਇਹ ਹੁਣ ਚਾਂਸੇ ਦਿੰਦੇ ਫਿਰਦੇ ਆ ਦਾਲ ਆਟੇ ਦੇ, ਫ੍ਰੀ ਸਕੀਮਾਂ ਦੇ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਫ੍ਰੀ ਸਕੀਮਾਂ ਦੇ ਇੰਜ਼ਾਮ ਜਿਹੜੇ ਨੇ ਉਹ ਕੀ ਹੁੰਦੇ ਨੇ। ਅੱਜ ਘਰ ਘਰ ਆਵਾਜ਼ ਇਹੀ ਉੱਠੀ ਹੋਈ ਹੈ ਕਿ ਰੁਜ਼ਗਾਰ ਹੈ, ਰੁਜ਼ਗਾਰ ਦਾ ਮੇਨ ਮੁੱਦਾ ਰੁਜ਼ਗਾਰ। ਤੇ ਜਿਹੜਾ ਵੋਟਾਂ ਇਸ ਸਮੇਂ ਆਉਣ ਵਾਲੀਆਂ ਜਿਹੜੀਆਂ ਉਹ ਲੜੀਆਂ ਜਾਣਗੀਆਂ, ਕਿਉਂਕਿ ਇਹਨਾਂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਸਾਡੇ ਤੋਂ ਕਾਰਡ ਪੜਾਏ, ਕਾਰਡ ਭਰਾ ਕੇ ਅੱਜ ਵੀ ਉਹ ਸਾਨੂੰ ਉਦੋਂ ਫੋਨ ਆਉਂਦੇ ਸੀ ਬਈ ਵਧਾਈ ਹੋਵੇ ਤੁਹਾਨੂੰ, ਕੈਪਟਨ ਸਰਕਾਰ ਆਉਂਦੇ ਨਾਲ ਰੁਜ਼ਗਾਰ ਮਿਲ ਜਾਊਗਾ। ਸਾਡੀ ਗਲਤੀ ਕੀ ਹੈ? ਸਾਡੀ ਗਲਤੀ ਇਹ ਹੈ ਕਿ ਅਸੀਂ ਕੈਪਟਨ ਸਾਹਿਬ ਨੂੰ ਵੋਟਾਂ ਪਾਈਆਂ, ਵੋਟਾਂ ਪਾ ਕੇ ਸੱਤਾ ਦੇ ਵਿੱਚ ਲੈ ਕੇ ਸਾਡੀ ਗਲਤੀ ਸਿਰਫ ਸਾਡੇ ਤੋਂ ਇਹ ਹੋਈ ਹੈ। ਜੇ ਕੈਪਟਨ ਸਾਹਿਬ 4.5 ਸਾਲ ਬੀਤ ਗਏ, ਜੇ ਸਾਡੀ ਸਾਰ ਨਹੀਂ ਨਾ ਲੈ ਰਹੇ, ਇਸ ਤੋਂ ਬਾਅਦ ਵੀ ਸਾਰ ਨਾ ਲਈ, ਤਾਂ ਗਲਤੀ ਫਿਰ ਸੁਧਾਰਨੀ ਵੀ ਤਾਂ ਪਏਗੀ। ਉਹ ਕਹਿੰਦੇ ਦੁਬਾਰਾ ਸਾਨੂੰ ਜਿਤਾ ਦਿਓ, ਫਿਰ ਹੁਣ ਰੁਜ਼ਗਾਰ ਦਵਾਂਗੇ ਅਗਲੀ ਟਰਮ 'ਚ। ਇਹ ਕੀ ਹੋਇਆ? ਜਦੋਂ 4.5 ਸਾਲ ਬੀਤ ਗਏ ਤੁਸੀਂ ਸਾਨੂੰ ਰੁਜ਼ਗਾਰ ਨਹੀਂ ਦਿੱਤਾ। ਅਸੀਂ ਤੁਹਾਨੂੰ ਸਪਸ਼ਟ ਕਿਹਾ ਗਲਤੀ ਸਾਡੇ ਤੋਂ ਹੋ ਗਈ, ਅਸੀਂ ਤੁਹਾਨੂੰ ਲੈ ਤੁਹਾਡੇ ਕਾਰਡਾਂ 'ਤੇ ਵਿਸ਼ਵਾਸ ਕਰ ਲਿਆ। ਜੇ ਤੁਸੀਂ ਸਾਡੇ ਵੱਲ ਧਿਆਨ ਨਾ ਦਿੱਤਾ, ਰੁਜ਼ਗਾਰ ਨੇ ਨਾ ਦਿੱਤਾ, ਤੇ ਬੇਰੁਜ਼ਗਾਰ ਸਾਰੇ ਇਕੱਠੇ ਹੋ ਕੇ ਫਿਰ ਬਰਾਬਰ ਇਹਨਾਂ ਦੇ ਰੈਲੀਆਂ ਕੱਢਣਗੇ। ਇਹ ਅਸੀਂ ਇਹਨਾਂ ਨੂੰ ਕਿਹਾ ਹੋਇਆ, ਅਨਾਉਂਸ ਕੀਤਾ ਹੈ, ਪਿੰਡਾਂ 'ਚ ਵੜਨ ਨਹੀਂ ਦੇਵਾਂਗੇ, ਇਹਨਾਂ ਦੇ ਬਰਾਬਰ ਟੈਂਟ ਲਾਵਾਂਗੇ, ਰੈਲੀਆਂ ਕੱਢਾਂਗੇ, ਇਹਨਾਂ ਦੇ ਬਰਾਬਰ ਪਿੰਡਾਂ ਦੇ ਵਿੱਚ ਜਾ ਕੇ ਭੰਡੀ ਪ੍ਰਚਾਰ ਚਲਾਵਾਂਗੇ, ਇਹਨਾਂ ਦੇ ਬਰਾਬਰ ਅਸੀਂ ਜਿਹੜਾ ਝੰਡਾ ਉਹ ਕੱਢਾਂਗੇ। ਇਹਨਾਂ ਨੂੰ ਅਸੀਂ ਦੱਸ ਦਈਏ ਅਸੀਂ ਇਹ ਕੰਮ ਕਰਨਾ ਨਹੀਂ ਚਾਹੁੰਦੇ, ਕਿਉਂਕਿ ਸਾਡਾ ਕੀ ਹੈ, ਸਾਨੂੰ ਰੁਜ਼ਗਾਰ ਦੇਣ, ਰੁਜ਼ਗਾਰ ਦੇ ਕੇ ਸਾਨੂੰ ਜਿਹੜਾ ਰੁਜ਼ਗਾਰ ਸਾਰਿਆਂ ਨੂੰ ਮੁਹੱਈਆ ਕਰਾ ਕੇ ਤੇ ਸਾਨੂੰ ਜਿਹੜਾ ਉਸ ਕਾਬਲ ਕੀਤਾ ਜਾ ਸਕੇ ਕਿ ਅਸੀਂ ਇਹਦਾ ਪਰਿਵਾਰਕ ਪ੍ਰਬੰਧ ਹੈ ਜਿਹੜੇ ਉਹਨੂੰ ਚਲਾ ਸਕੀਏ। ਬਿਲਕੁਲ। ਸੋ ਬਾਈ ਜੀ ਨੇ ਬਈ ਸੁਰਿੰਦਰਪਾਲ ਉੱਤੇ ਨੇ ਤੇ ਇੱਥੇ ਡਾਕਟਰਾਂ ਦੀ ਟੀਮ ਕਿੱਥੇ ਬੈਠੀ ਹੈ ਜਿਹੜੀ ਚੈੱਕਅਪ ਦੇ ਲਈ ਆਈ ਹੋਣੀ ਹੈ ਸਰਕਾਰ ਵੱਲੋਂ? ਦੇਖੋ ਜੀ, ਪ੍ਰਸ਼ਾਸਨ ਵੱਲੋਂ ਜਿਹੜੀ ਐਂਬੂਲੈਂਸ ਹੈ ਉਹ ਤਾਂ ਇੱਥੇ ਖੜੀ ਹੈ, ਪਰ ਕੋਈ ਵੀ ਡਾਕਟਰ ਹੈ ਜਿਹੜਾ ਉੱਪਰ ਜਾਣ ਵਾਸਤੇ ਤਿਆਰ ਨਹੀਂ। ਡਰਾਈਵਰ ਹੈਗਾ ਇਹ ਤਾਂ ਐਂਬੂਲੈਂਸ ਦਾ? ਹਾਂਜੀ ਡਰਾਈਵਰ ਹੈਗਾ ਹੈ, ਪਰ ਜਿਹੜਾ ਡਾਕਟਰ ਹੈ ਅਸੀਂ ਕਾਫੀ ਵਾਰੀ ਰਿਕੁਐਸਟ ਵੀ ਕਰ ਚੁੱਕੇ ਹਾਂ ਕਿ ਉੱਪਰ ਮੈਡੀਕਲ ਵਾਸਤੇ, ਸੁਵਿਧਾ ਵਾਸਤੇ ਵੀ ਕੋਈ ਹੱਲ ਕੀਤਾ ਜਾਵੇ। ਸਭ ਤੋਂ ਪਹਿਲੀ ਗੱਲ ਇਹ ਆ ਵੀ ਸਾਡਾ ਸਾਥੀ ਹੀ ਜਿਹੜੀ ਮੈਡੀਕਲ ਸੁਵਿਧਾ ਲੈ ਨਹੀਂ ਰਿਹਾ। ਉਹ ਕਹਿੰਦਾ ਵੀ ਜਦੋਂ ਸਰਕਾਰ ਮੇਰੀ ਫਿਕਰ ਹੀ ਨਹੀਂ ਕਰ ਰਹੀ, ਮੈਨੂੰ 102 ਦਿਨ ਟਾਵਰ ਤੇ ਹੋ ਗਏ, ਤਾਂ ਫਿਰ ਮੈਨੂੰ ਮੈਡੀਕਲ ਦੀ ਵੀ ਜ਼ਰੂਰਤ ਨਹੀਂ। ਦੂਜਾ, ਜੇ ਕਿਤੇ ਅਸੀਂ ਥੱਲੋਂ ਰਿਕੁਐਸਟ ਕਰਦੇ ਵੀ ਹਾਂ ਤਾਂ ਕੋਈ ਵੀ ਡਾਕਟਰ ਤਾਂ ਉੱਪਰ ਚੜ੍ਹਨ ਵਾਸਤੇ ਤਿਆਰ ਨਹੀਂ, ਜਵਾਬ ਦੇ ਜਾਂਦੇ ਆ ਵੀ ਥੱਲੇ ਲਿਆਓ ਤਾਂ ਅਸੀਂ ਟ੍ਰੀਟਮੈਂਟ ਕਰਾਂਗੇ। ਤਾਂ ਸਾਡੇ ਸਾਥੀ ਵੀ ਜਾਂਦੇ ਨੇ, ਬਹੁਤ ਰਿਕੁਐਸਟ ਵੀ ਕਰਦੇ ਆ ਵੀ ਬਾਈ ਜੀ ਤੁਸੀਂ ਥੱਲੇ ਆਓ,
ਆਪਾਂ ਨੌਕਰੀਆਂ ਲੈ ਲਾਂਗੇ, ਸਰਕਾਰ ਨਾਲ ਆਪਾਂ ਥੱਲੇ ਲੜ ਕੇ ਵੀ ਲੈ ਲਾਂਗੇ ਵੀ ਇਸ ਤਰ੍ਹਾਂ ਆਪਣੀ ਜਾਨ ਹੈ ਜਿਹੜੀ ਜੋਖਮ ਦੇ ਵਿੱਚ ਨਾ ਪਾਓ। ਜੇ ਆਪਾਂ ਜਿਉਂਦੀ ਨਾ ਰਹੇ ਤਾਂ ਆਪਾਂ ਨੌਕਰੀ ਹੈ ਜਿਹੜੀ ਉਹ ਵੀ ਕੀ ਕਰਵਾਉਣੀ ਹੈ, ਠੀਕ ਹੈ। ਤਾਂ ਉਹ ਸਾਥੀ ਆ ਜਿਹੜਾ ਸਾਡੀਆਂ ਗੱਲਾਂ ਵੀ ਮੰਨ ਨਹੀਂ ਰਿਹਾ। ਅਸੀਂ ਆਪਣੇ ਪੱਧਰ ਤੇ ਹੀ ਬਹੁਤ ਜ਼ਿਆਦਾ ਉਹਨੂੰ ਕਨਵਿੰਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਮਤਲਬ ਉਹਨੂੰ ਅੱਜ 102 ਦਿਨ ਹੋ ਗਏ, ਪਿਛਲੇ 10-12 ਦਿਨਾਂ ਤੋਂ ਉਹ ਮਰਨ ਵਰਤ ਤੇ ਬੈਠਾ ਹੈ ਤੇ ਉਹਦੀ ਜਾਨ ਕਿਸੇ ਵੇਲੇ ਵੀ ਜਾ ਸਕਦੀ ਹੈ। ਬਾਲੀ ਗੱਲ ਕੀ ਹੈ ਵੀ ਅੱਜ ਸੂਰਜ ਦਾ ਵੀ ਪਤਾ ਨਹੀਂ ਵੀ ਸਿਪੂਗਾ ਜਾਂ ਨਹੀਂ ਸਿਪੂਗਾ, ਇੰਨੀ ਉਹਦੀ ਹਾਲਤ ਮਾੜੀ ਹੈ, ਨਰਕ ਭੋਗ ਰਿਹਾ ਹੈ। ਇਸ ਟਾਈਮ ਤੁਸੀਂ ਦੇਖ ਲਓ ਵੀ ਧੁੱਪੇ ਉਹ ਰੜ ਰਿਹਾ ਹੈ। ਇਹ ਜਿਵੇਂ ਸਾਡਾ ਪਾਤਸ਼ਾਹ ਅਰਜਨ ਦੇਵ ਜੀ ਤਵੀ ਤੇ ਬੈਠੇ ਸੀਗੇ, ਬਿਲਕੁਲ ਸਾਡਾ ਜਿਹੜਾ ਸਾਥੀ ਇਸ ਟਾਈਮ ਤਵੀ ਤੇ ਬੈਠਣ ਦੇ ਬਰਾਬਰ ਹੈ। ਤੁਸੀਂ ਦੇਖੋ ਵੀ ਇਸ ਟਾਈਮ ਜਿਹੜਾ ਟਾਵਰ ਤਪਿਆ ਹੋਇਆ ਜੀ, ਉਹ ਜਿਹੜਾ ਟਾਵਰ ਹੈ ਸਵੇਰੇ 4 ਵਜੇ ਠੰਡਾ ਹੁੰਦਾ ਹੈ ਤੇ 7 ਵਜੇ ਫਿਰ ਗਰਮ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਐਂਗਲਾਂ ਪਾ ਕੇ ਹੱਥ ਪਾ ਕੇ ਚੜ੍ਹਕੀ ਦਿਖਾ ਦਿਓ, ਉੱਪਰ ਚੜ੍ਹੇ ਨਹੀਂ ਜਾਂਦਾ ਜੀ। ਇੰਨੀ ਮਤਲਬ ਮਾੜੀ ਸਥਿਤੀ ਹੋਈ ਪਈ ਆ, ਉੱਪਰ ਚਾਦਰ ਤੇ ਪਿਆ ਤੇ ਪਾਸਾ ਵੀ ਨਹੀਂ ਲੱਗਦਾ ਤੇ ਉਹ ਸਾਡਾ ਜਿਹੜਾ ਸਾਥੀ ਆ ਉੱਥੇ ਮਤਲਬ ਰੜ ਰਿਹਾ ਹੈ। ਕੋਈ ਸਰਕਾਰ ਹੱਲ ਨਹੀਂ ਕਰ ਰਹੀ। ਬਾਈ ਜੀ ਜਿਵੇਂ ਹੁਣ ਉਹ ਇੱਕ ਜਿਹੜੇ ਰਾਣਾ ਜੀ ਹੈਗੇ ਨੇ ਹਰਿਆਣੇ ਦੇ, ਜਿਨ੍ਹਾਂ ਦਾ ਗੋਲਡਨ ਹੱਟ ਹੈ, ਤੇ ਉਹਨਾਂ ਦੇ ਲਈ ਸੁਖਬੀਰ ਬਾਦਲ ਜਾ ਕੇ ਆਏ ਆ ਤੇ ਜਾਂਦੇ ਜਾਂਦੇ ਤਾਂ ਫਿਰ ਸੁਰਿੰਦਰਪਾਲ ਦੀ ਵੀ ਖਬਰ ਲੈ ਗਏ ਹੋਣੇ ਸੁਖਬੀਰ ਜੀ? ਨਹੀਂ ਜੀ, ਇੱਥੇ ਬਿਲਕੁਲ ਵੀ ਨਹੀਂ ਆਏ। ਉਹਨਾਂ ਦੇ ਛੋਟੇ ਲੀਡਰ ਆ ਜਿਹੜੇ ਉਹ ਜ਼ਰੂਰ ਆਏ ਆ, ਬਾਦਲ ਸਾਹਿਬ ਇੱਥੇ ਨਹੀਂ ਆਏ। ਕੇਜਰੀਵਾਲ ਜੀ ਆਏ ਸੀ ਚੰਡੀਗੜ੍ਹ, ਉਹ ਤਾਂ ਆ ਕੇ ਗਏ ਹੋਣੇ ਫਿਰ? ਨਹੀਂ ਜੀ, ਉਹ ਬਿਲਕੁਲ ਨਹੀਂ ਆਏ ਜੀ। ਲੋਕਾਂ ਨੂੰ ਉਹ ਵੀ ਮਤਲਬ ਜਿਵੇਂ ਜਿਹੜੀਆਂ ਸਰਕਾਰਾਂ ਪਹਿਲਾਂ ਵਾਲੀਆਂ ਲਾਰੇ ਲਾਉਂਦੀਆਂ ਵੀ ਅਸੀਂ ਆਟਾ ਦਾਲ ਫ੍ਰੀ ਦੇਵਾਂਗੇ, ਅਸੀਂ ਉਹ ਇਹਨਾਂ ਤੋਂ ਥੋੜੀ ਜਿਹੀ ਵੱਡੀ ਗੱਪ ਮਾਰ ਗਿਆ ਵੀ ਅਸੀਂ 300 ਯੂਨਿਟ ਬਿਜਲੀ ਦੀ ਦੇਵਾਂਗੇ, ਫ੍ਰੀ ਦੇਵਾਂਗੇ। ਤੇ ਸਾਡੇ ਲੋਕ ਭੇਡਾਂ ਵਰਗੇ ਨੇ, ਛਾਲਾਂ ਮਾਰ ਲੱਗ ਜਾਂਦੇ ਆ ਵੀ ਕੇਜਰੀਵਾਲ ਸਾਹਿਬ ਸਾਨੂੰ 300 ਯੂਨਿਟ, ਜਦ ਕਿ ਇਹ ਸੱਚਾਈ ਇਹ ਆ ਵੀ ਜਦੋਂ 301 ਯੂਨਿਟ ਹੋ ਗਈ, 1 ਯੂਨਿਟ ਉੱਤੇ ਮੱਚ ਗਈ ਤਾਂ ਉਹ ਆਪਾਂ ਨੂੰ ਬਿੱਲ ਮਾਫ ਨਹੀਂ ਰਹੂਗਾ। ਮਹਾਰਾਣੀ ਪ੍ਰਨੀਤ ਕੌਰ ਤਾਂ ਆਏ ਹੋਣੇ ਫਿਰ, ਜਿਹੜੇ ਉਹ ਤਾਂ ਲੋਕਲੀ ਨੇ ਨਾਲੇ ਸਰਕਾਰ 'ਚ ਨੇ। ਮਹਾਰਾਣੀ ਪ੍ਰਨੀਤ ਕੌਰ ਨੇ ਜੀ, ਜਦੋਂ ਸਾਡੇ ਸਾਥੀ ਸਰਕਾਰ ਤੋਂ ਪਹਿਲਾਂ 2017-16 ਦੇ ਵਿੱਚ ਵੀ ਸਾਡੇ ਟੀਟੀ ਦੇ ਸਾਥੀ ਸੰਘਰਸ਼ ਕਰ ਰਹੇ ਸੀ, ਉਹਨਾਂ ਨੇ ਸਾਨੂੰ ਧਰਨੇ ਤੇ ਆਸ਼ਵਾਸਨ ਦਿੱਤਾ ਸੀ ਵੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਤੁਹਾਡਾ ਹੱਲ ਕਰਾਂਗੇ। ਉਹਨਾਂ ਨੇ ਕਾਫੀ ਵਾਰੀ ਸਾਨੂੰ ਲਿਖਤੀ ਝੂਠੇ ਸਮਝੌਤੇ ਵੀ ਦਿੱਤੇ ਆ, ਪਰ ਸਾਡਾ ਹੱਲ ਕੋਈ ਨਹੀਂ ਕੀਤਾ। ਮਹਾਰਾਣੀ ਜੀ ਬਿਲਕੁਲ ਨੇੜੇ ਨੇ, ਇੱਥੋਂ ਕਿਲੋਮੀਟਰ ਨੇ, ਪਰ ਉਹ ਵੀ ਇੱਥੇ ਆਏ ਨਹੀਂ ਹੈਗੇ ਜੀ। ਉਹ ਵੀ ਨਹੀਂ ਆਏ? ਨਹੀਂ ਜੀ, ਬਿਲਕੁਲ ਵੀ ਨਹੀਂ ਆਏ ਜੀ। ਫਿਰ ਤੁਸੀਂ ਇੰਨੇ ਕੀ ਬੰਦੇ ਬੈਠੇ ਹੋ ਯਾਨੀ ਕਿ? ਹਾਂਜੀ, ਬਾਕੀ ਅਸੀਂ ਜਦੋਂ ਸਾਡੇ 2 ਥਾਵੇਂ ਸਾਡਾ ਪ੍ਰੋਟੈਸਟ ਚੱਲ ਰਿਹਾ ਹੈ, ਸਾਡਾ ਇੱਕ ਪੱਕਾ ਮੋਰਚਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸੰਗਰੂਰ ਜਿਹੜਾ DC ਦਫ਼ਤਰ ਦੇ ਅੱਗੇ ਲੱਗਿਆ ਹੋਇਆ ਜੀ। ਅੱਜ ਜਿੱਦਣ ਦੀ ਸਾਡੇ ਸਾਥੀ ਜਿਹੜੀ ਹਾਲਤ ਸਥਿਰ ਹੈ ਤਾਂ ਉਹਦੇ ਤੇ ਅਸੀਂ ਇੱਥੇ ਬੈਠੇ ਹਾਂ ਵੀ ਕਿਸੇ ਵੇਲੇ ਕੁਝ ਵੀ ਭਾਣਾ ਜਿਹੜਾ ਵਾਪਰ ਸਕਦਾ ਹੈ, ਪਰ ਸਰਕਾਰ ਹਜੇ ਸੁੱਤੀ ਹੋਈ ਹੈ। ਅਸੀਂ ਇੱਥੋਂ ਤੱਕ ਪਹੁੰਚ ਗਏ ਵੀ ਅਸੀਂ ਤਾਂ ਪਹਾੜਾਂ ਦੇ ਵਿੱਚ ਜਾ ਕੇ ਸ਼ਿਸ਼ਮਾਂ ਦੇ ਵਿੱਚ ਵੀ ਉਹਨੂੰ ਘੇਰ ਲਿਆ, ਜਿੱਥੇ ਬੈਠਾ ਸੀ, ਜਿੱਥੇ ਕਹਿੰਦੇ ਸੀ ਵੀ ਕੋਈ ਚਿੜੀ ਵੀ ਫਰ ਨਹੀਂ ਮਾਰ ਸਕਦੀ। ਅਸੀਂ ਤਾਂ ਉੱਥੇ ਵੀ ਜਾ ਕੇ ਉਹਨੂੰ ਘੇਰ ਲਿਆ ਵੀ ਸਾਡਾ ਹੱਲ ਕਰੋ, ਸਾਡਾ ਜਿਹੜਾ ਸਾਥੀ ਆ ਉਹ ਮੌਤ ਦੇ ਕਿਨਾਰੇ ਆ, ਪਰ ਉਹ ਸਰਕਾਰ ਆ ਜਿਹੜੀ ਉਹ ਪਹਾੜੀਆਂ ਦੇ ਵਿੱਚ ਸੁੱਤੀ ਹੋਈ ਆ, ਸਾਡੇ ਵੱਲ ਕੋਈ ਧਿਆਨ ਨਹੀਂ ਹੈਗਾ ਜੀ। ਇੱਥੇ ਇੱਕ ਐਕਸਚੇਂਜ ਹੈਗੀ ਆ ਜਾਂ ਹਨਾ ਹੋਰ ਪੋਸਟ ਆਫਿਸ ਹੈ ਜਾਂ ਮਤਲਬ ਕਿ ਜਿਹੜੇ ਲੋਕ ਆਉਂਦੇ ਨੇ, ਹੁਣ ਤੇ ਖਬਰਾਂ ਬਹੁਤ ਚੱਲੀਆਂ, ਤਾਂ ਕੀ ਤੁਹਾਡੀ ਸਾਰ ਲੈ ਰਹੇ ਨੇ ਬਈ ਯਾਰ ਬੰਦਾ ਚੜਿਆ, ਜਾਂ ਉਹ ਵੀ ਇਗਨੋਰ ਕਰਕੇ ਅੰਦਰੇ ਵੜ ਜਾਂਦੇ ਨੇ? ਲੋਕਾਂ ਨੂੰ ਕਿਸੇ ਦੀ ਹੈਗੀ ਆ ਲੋਕਾਂ ਨੂੰ? ਨਹੀਂ ਸਰ, ਭਾਵਨਾਤਮਕ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ, ਸਾਰੇ ਪ੍ਰੇ ਕਰ ਰਹੇ ਆ ਵੀ ਤੁਸੀਂ ਕਿੱਦਾਂ ਸਫਲ ਹੋ ਆਪਣੇ ਸੰਘਰਸ਼ ਦੇ ਵਿੱਚ ਤੇ ਤੁਹਾਡੇ ਸਾਥੀ ਦੀ ਜਾਨ ਬਚੇ ਤੇ ਤੁਸੀਂ ਕਦੋਂ ਜਿੱਤ ਕੇ ਘਰਾਂ ਨੂੰ ਮੁੜੋ। ਸਾਰੇ ਸਾਡੇ ਨਾਲ ਹੈ ਜੀ। ਅੱਛਾ, ਹਾਂ, ਭਾਵਨਾਤਮਕ ਤੌਰ ਤੇ ਸਾਡੀ ਸਪੋਰਟ ਕਰ ਰਹੇ ਆ ਜੀ, ਸਾਰੇ ਨਾਲ ਹੈ। ਤੇ ਹੁਣ ਫਿਰ ਇਸ ਵੀਰ ਦੀ ਕੀ ਮੌਤ ਦੀ ਉਡੀਕ ਕੀਤੀ ਜਾ ਰਹੀ, ਫਿਰ ਉਹ ਤੋਂ ਬਾਅਦ ਸਿਆਸਤ ਸ਼ੁਰੂ ਹੋਊਗੀ? ਕਿਉਂਕਿ ਬਾਈ ਜੀ ਜਦੋਂ ਕਿਸੇ ਦੀ ਇੱਕ ਤਾਂ ਹੁੰਦਾ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਚੱਲੀ ਜਾਣ ਦਿਓ, ਇਹ ਬੰਦਾ ਮੌਤ ਦੇ ਮੂੰਹ ਦੇ ਵਿੱਚ ਹੀ ਬੈਠਾ ਹੈ ਇੱਕ ਤਰ੍ਹਾਂ ਦਾ, ਹਨਾ ਭਾਜੀ ਉੱਤੇ, ਤੇ ਇਹਦੇ ਲਈ ਤਾਂ ਸੜਕਾਂ ਬਲੌਕ ਵਿਰੋਧੀ ਧਿਰਾਂ ਨੂੰ ਹੁਣ ਤੱਕ ਕਰ ਦੇਣੀਆਂ ਚਾਹੀਦੀਆਂ ਸੀ, ਵੱਡੇ ਪੱਧਰ ਤੇ ਧਰਨੇ ਹੋਣੇ ਚਾਹੀਦੇ ਸੀ। ਕੀ ਮੌਤ ਦੀ ਤਿਆਰੀ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ। ਜੇ ਆਪਣੇ ਕੋਲੇ ਰੁਜ਼ਗਾਰ ਹੈ ਤਾਂ ਆਪਾਂ ਨੂੰ ਜਿਹੜੀਆਂ ਇਹ ਫ੍ਰੀ ਦੇ ਜਿਹੜੇ ਲਾਲਚ ਦਿੰਦੇ ਆਪਾਂ ਨੂੰ, ਉਹਨਾਂ ਦੀ ਵੀ ਜ਼ਰੂਰਤ ਨਹੀਂ ਹੈਗੀ। ਇਸ ਟਾਈਮ 102 ਦਿਨ ਸਾਡੇ ਸਾਥੀ ਨੂੰ ਹੋ ਚੁੱਕੇ ਹੈ। ਬੇਰੁਜ਼ਗਾਰੀ ਦਾ ਮਸਲਾ ਸਭ ਤੋਂ ਵੱਡਾ ਮਸਲਾ ਹੈ, ਜਦ ਕਿ ਕੋਈ ਇੱਥੇ ਵਿਰੋਧੀ ਧਿਰ ਦਾ ਕੋਈ ਭਗਵੰਤ ਮਾਨ ਹੋਵੇ, ਚਾਹੇ ਕੋਈ ਵੀ ਮਤਲਬ ਪਾਰਟੀ ਹੋਵੇ, ਸਾਡੇ ਪੱਖ ਦੇ ਵਿੱਚ ਇੱਕ ਵਿਰੋਧੀ ਦਲ ਨੇ ਵੀ ਬਹੁਤ ਵੱਡੀ ਜਿਹੜੀ ਲਹਿਰ ਖੜੀ ਕਰਨੀ ਹੁੰਦੀ ਹੈ। ਉਹਨਾਂ ਨੇ ਵੀ ਕੋਈ ਮਤਲਬ ਆਪਣੇ ਪੱਧਰ ਤੇ ਕੁਝ ਵੀ ਨਹੀਂ ਕੀਤਾ ਜੀ। ਨਹੀਂ ਉਹ ਜਾਣ ਮੋਤੀ ਮਹਿਲ ਘੇਰਨਾ ਆਪਣੇ ਪੱਧਰ ਤੇ ਕੁਝ ਵੀ ਕਰ ਸਕਦੇ ਆ ਜੀ, ਮਤਲਬ ਹਜੇ ਤੱਕ ਕੁਝ ਨਹੀਂ ਕੀਤਾ ਜੀ ਸਾਡੇ ਵਾਸਤੇ। ਉਹਨਾਂ ਨੇ ਵੀ ਸਿਰਫ ਲਾਰੇ ਆ ਜੀ, ਇੱਥੇ ਆ ਕੇ ਰੋਟੀਆਂ ਛੇਕ ਕੇ ਮੁੜ ਜਾਂਦੇ ਆ। ਹੋਰ ਕੋਈ ਵੀ ਵੱਡੀ ਜਿਹੜੀ ਲਹਿਰ ਜਿਹੜੀ ਖੜੀ ਕਰਨੀ ਚਾਹੀਦੀ ਆ ਉਹ ਨਹੀਂ ਕਰੀ, ਕਿਉਂਕਿ ਉਹਨਾਂ ਦਾ ਵੀ ਫਰਜ਼ ਬਣਦਾ। ਇੱਕ ਵਿਰੋਧੀ ਧਿਰ ਹੁੰਦੀ ਆ, ਉਹ ਵੀ ਸਰਕਾਰ ਦਾ ਇੱਕ ਬਹੁਤ ਵੱਡਾ ਉਹਦੇ ਨਾਲ ਚੱਲਦੀਆਂ, ਤਾਂ ਉਹਨਾਂ ਨੇ ਹਜੇ ਤੱਕ ਕੋਈ ਸਾਡੀ ਸਾਰ ਨਹੀਂ ਲਈ ਜੀ। ਰੱਬ ਨਾ ਕਰੇ ਕੋਈ ਅਣਸੁਖਾਵੀਂ ਘਟਨਾ ਹੋ ਜਾਂਦੀ ਹੈ, ਉਹ ਤੋਂ ਬਾਅਦ ਜਿਹੜੇ ਇਸ ਘਟਨਾ ਬਾਰੇ ਲੀਡਰ ਬੋਲਣਗੇ ਉਹਨਾਂ ਨੂੰ ਬੋਲਣ ਦਿਓਗੇ? ਜਿਹੜੇ ਲੀਡਰ ਅਫਸੋਸ ਲਈ ਬਾਰ-ਬਾਰ ਤੁਹਾਡੇ ਕੋਲ ਆਉਣਗੇ, ਘਰਾਂ 'ਚ ਗੇੜੇ ਮਾਰਨਗੇ, ਤਾਂ ਉਹਨਾਂ ਨੂੰ ਕਿਵੇਂ? ਨਹੀਂ, ਅਸੀਂ ਉਹਨਾਂ ਨੂੰ ਸਪਸ਼ਟ ਆਖ ਦਿੱਤਾ ਜੀ, ਕੱਲ ਵੀ ਇੱਥੇ ਆਏ ਸੀਗੇ ਵੀ ਜੇ ਕੁਝ ਕਰਨਾ ਸਾਡੇ ਲਈ ਤਾਂ ਜਿਉਂਦੇ ਕਰੋ, ਵੀ ਮਰਨ ਤੋਂ ਬਾਅਦ ਜੇ ਸਾਡਾ ਸਾਥੀ ਦੀ ਜਾਨ ਜਾਂਦੀ ਹੈ ਤਾਂ ਅਸੀਂ ਵੀ ਇਹਨਾਂ ਨੂੰ ਨਹੁੰ ਨਹੀਂ ਧਰਨ ਦੇਵਾਂਗੇ ਇੱਥੇ। ਵੀ ਜੇ ਸਿਆਸਤ ਕਰਨੀ ਹੈ ਜਿਉਂਦੇ ਜੀ ਕਰੋ, ਜੇ ਸਾਡਾ ਹੱਲ ਕਰਵਾਓ, ਜੇ ਕੋਸ਼ਿਸ਼ ਕਰੋਗੇ ਤੇ ਮਰਨ ਤੋਂ ਬਾਅਦ ਅਸੀਂ ਸਿਆਸਤ ਨਹੀਂ ਕਰਨ ਦੇਵਾਂਗੇ ਸਾਡੇ ਸਾਥੀ ਤੇ। ਕਿਸੇ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਕਿ ਕੈਪਟਨ ਸਰਕਾਰ ਦੇ ਵੱਲੋਂ ਕੋਈ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈ, ਕੋਈ ਵਿੱਚ ਅਫਸਰ ਕੋਈ? ਜਿਹੜੇ ਜੂਨੀਅਰ ਅਧਿਕਾਰੀ ਆ ਜੀ ਪ੍ਰਸ਼ਾਸਨ ਦੇ, ਇਹ ਤਾਂ ਇੱਥੇ ਹੈਗੇ ਆ,
ਪਰ ਜਿਹੜਾ ਸਿਵਲ ਅਧਿਕਾਰੀ ਨੇ ਜਿਹੜੇ ਜਿਵੇਂ ਡੀਸੀ ਸਾਹਿਬ ਹੈਗੇ ਆ ਜਾਂ ਹੋਰ ਹੈ, ਬਿਲਕੁਲ ਵੀ ਨਹੀਂ ਪਹੁੰਚ ਰਹੇ ਜੀ ਇੱਥੇ ਸਾਰ ਵੀ ਨਹੀਂ ਲੈ ਰਹੇ ਸਾਡੀ ਵੀ ਕੀ ਸਥਿਤੀ ਹੈ ਜਾਂ ਕੀ ਕੁਛ ਹੈ, ਲੈ ਹੀ ਨਹੀਂ ਰਹੇ ਕੋਈ ਰਿਪੋਰਟ ਜੀ ਬਿਲਕੁਲ ਵੀ। ਜਿਹੜੇ ਲੋਕਲ ਪ੍ਰਸ਼ਾਸਨ ਦੇ ਜਿਹੜੇ ਹੈਗੇ ਅਧਿਕਾਰੀ ਅਫਸਰ ਹੈ ਇਹ ਬੈਠੇ ਆ ਜੀ ਇੱਥੇ, ਕੋਈ ਵੀ ਨਹੀਂ ਆ ਰਿਹਾ ਜੀ। ਇਹ ਤੁਹਾਡੇ ਮਤਲਬ ਕਿ ਪੂਰੇ ਤੁਹਾਡਾ ਸਾਥ ਦੇ ਰਹੇ? ਦੇਖੋ ਇਹਨਾਂ ਜਿੰਨਾ ਹੈਗਾ ਬਣਦਾ ਜੀ, ਵਿਚਾਰੇ ਬੈਠੇ ਆ ਜੀ, ਡਿਊਟੀ ਆਪਣੀ ਨਿਭਾ ਰਹੇ ਨੇ, ਠੀਕ ਹੈ। ਇਹਨਾਂ ਨੂੰ ਵੀ ਇਹ ਆ ਵਿਚਾਰੇ ਰੋਜ਼ ਬੈਠੇ ਆ ਇੱਥੇ ਦਿਨ ਰਾਤ ਜਾਗਦੇ, ਇਹਨਾਂ ਨੂੰ ਵੀ ਇਹ ਵੀ ਸਾਡਾ ਹੱਲ ਹੋਵੇ, ਅਸੀਂ ਘਰਾਂ ਨੂੰ ਜਾਈਏ, ਆਪਦਾ ਹੋਰ ਡਿਊਟੀਆਂ ਤੇ ਆਪਣੀਆਂ ਤੇ ਜੁਆਇਨ ਕਰਨ। ਇਹ ਰੱਖੇ ਲੋਕਾਂ ਦੀ ਸੇਵਾ ਵਾਸਤੇ ਹੋਏ ਨੇ, ਭਰਤੀ ਕੀਤੇ ਹੋਏ ਆ, ਪਰ ਦੇਖੋ ਇਹਨਾਂ ਦੀਆਂ ਡਿਊਟੀਆਂ ਮਤਲਬ ਅੱਧੀ ਪੁਲਿਸ ਮੰਤਰੀਆਂ ਦੀ ਸੇਵਾ 'ਚ ਫਿਰਦੀ ਹੈ, ਅੱਧੀ ਸਾਡੇ ਪ੍ਰੋਟੈਸਟ ਤੇ ਨਿਗਾਹ ਰੱਖੀ ਜਾਂਦੀ ਹੈ, ਤੇ ਲੋਕ ਅਨਸੇਫ ਹੈ ਜੀ, ਉੱਥੇ ਕੋਈ ਹੈ ਨਹੀਂ ਧਿਆਨ ਰੱਖਣ ਵਾਸਤੇ ਲੋਕਾਂ ਦਾ। ਤੁਹਾਡਾ ਕੀ ਨਾਮ? ਮੇਰਾ ਨਾਮ ਮੰਗਲ ਸਿੰਘ ਹੈ ਜੀ। ਤੁਹਾਡਾ ਕੀ ਨਾਮ ਸੀ ਜੀ? ਦੀਪਕ ਕੰਬੋਜ। ਦੀਪਕ ਕੰਬੋਜ। ਤੁਹਾਡਾ ਜੀ? ਸੰਦੀਪ ਸਾਮਾ ਜੀ। ਸੋ ਵੀਰਾਂ ਦੇ ਨਾਲ ਗੱਲਬਾਤ ਕੀਤੀ, ਆਪਣੇ ਸਾਥੀ ਦੇ ਲਈ ਡਟੇ ਹੋਏ ਨੇ, ਜਿੱਥੇ ਉੱਥੇ ਰੁਜ਼ਗਾਰ ਦੀ ਉਡੀਕ ਦੇ ਵਿੱਚ ਨੇ। ਉਹ ਰੁਜ਼ਗਾਰ ਜਿਹੜਾ ਵੋਟਾਂ ਤੋਂ ਪਹਿਲਾਂ ਕਿਹਾ ਗਿਆ ਸੀ ਵੀ ਘਰ ਘਰ ਰੁਜ਼ਗਾਰ, ਕੋਈ ਵੀ ਨੌਜਵਾਨ ਜਿਹੜਾ ਪੜ੍ਹਿਆ ਲਿਖਿਆ ਬੇਰੁਜ਼ਗਾਰ ਨਹੀਂ ਰਹਿਣ ਦਿੱਤਾ ਜਾਊਗਾ ਤੇ ਸਰਕਾਰ ਉਸ ਨੂੰ ਨੌਕਰੀਆਂ ਦੇਵੇਗੀ। ਪਰ ਸਰਕਾਰ ਨੇ ਨੌਕਰੀਆਂ ਤਾਂ ਦਿੱਤੀਆਂ ਨਹੀਂ, ਪਰ ਅੱਜ ਕੁਝ ਬੇਰੁਜ਼ਗਾਰ ਨੌਜਵਾਨ ਇੱਥੇ ਇਕੱਤਰ ਹੋਏ ਨੇ, ਜਿਨ੍ਹਾਂ ਵਿੱਚੋਂ ਇੱਕ ਵੀਰ ਇੱਕ ਹੋਰ ਸੀਗਾ, ਉਹ ਨੀਚੇ ਉਤਰ ਜਾਂਦਾ ਹੈ। ਪਰ ਇਹ 102 ਦਿਨ ਤੋਂ ਸੁਰਿੰਦਰਪਾਲ ਸਿੰਘ ਉੱਤੇ ਹੀ ਬੈਠਾ ਹੈ। ਪਰ ਇਸ ਬਾਰੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਜਾ ਰਹੀ, ਇਹ ਵੀ ਵੱਡਾ ਸਵਾਲ ਹੈ ਵੀ ਇਸ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾ ਰਿਹਾ, ਕਿਉਂਕਿ ਕਿਸੇ ਦੀ ਵੀ ਜਾਨ ਕੀਮਤੀ ਹੁੰਦੀ ਹੈ ਤੇ ਜਦੋਂ ਕਿਸੇ ਦੀ ਜਾਨ ਜਾਂਦੀ ਹੈ ਤਾਂ ਘਰ ਵਾਲਿਆਂ ਦਾ ਕੀ ਪਿੱਛੇ ਪਰਿਵਾਰ ਦਾ ਹਾਲ ਹੁੰਦਾ ਹੈ, ਤਾਂ ਉਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਵਿਰੋਧੀ ਧਿਰਾਂ ਨੇ ਹੁਣ ਤੱਕ ਰੋਲ ਅਦਾ ਉਵੇਂ ਦਾ ਕਿਉਂ ਨਹੀਂ ਕੀਤਾ? ਕਿ ਇਸ ਵੀਰ ਦੀ ਮੌਤ ਦਾ ਇੰਤਜ਼ਾਰ ਤਾਂ ਨਹੀਂ ਕੀਤਾ ਜਾ ਰਿਹਾ? ਕਿਤੇ ਬਾਅਦ ਦੇ ਵਿੱਚ ਫਿਰ ਵੋਟਾਂ ਤਾਂ ਨਹੀਂ ਲੈਣਾ ਚਾਹੁੰਦੇ ਕਿਸੇ ਦੀ ਮੌਤ ਦੇ ਉੱਤੇ? ਇਹ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਾਲੇ ਤੱਕ ਗੁੰਮ ਨੇ, ਜਿਨ੍ਹਾਂ ਦੇ ਜਵਾਬ ਹਾਲੇ ਤੱਕ ਕਿਸੇ ਵੱਲੋਂ ਵੀ ਨਹੀਂ ਮਿਲੇ। ਉਹ ਜਵਾਬ ਉਦੋਂ ਹੀ ਮਿਲਣਗੇ ਜਦੋਂ ਇੱਥੇ ਇਸ ਸਥਾਨ ਦੇ ਉੱਤੇ ਜਿਹੜੇ ਵਿਰੋਧੀ ਧਿਰਾਂ ਆਪਣਾ ਰੋਲ ਅਦਾ ਕਰਨਗੀਆਂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਪਟਿਆਲਾ।